ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ
ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਏ ਘਟੀ ਜਬ ਦਿਨ ਰਹਿਓ, ਮਾਰਗ ਪ੍ਰਸਥਾਨੇ। ਆਪਣੇ ਸਦਨ ਖਡੂਰ ਕੋ, ਚਿਤ ਚਾਹਤ ਜਾਣੇ। ਬਹੁ ਧਨ ਲੈ ਗਮਨਿਓ ਜਬੈ, ਦਿਨ ਮਨ ਅਸਤਾਇਓ। ਅੰਧਕਾਰ ਭਾ ਜਗਤ ਮੈਂ, ਦਸਹੂੰ ਦਿਸ ਛਾਇਓ। ਦੋਏ ਘਟੀ ਜਬ ਦਿਨ ਰਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨਾ ਬੰਧੂ ਭਗਤ ਵਛਲ, ਦਇਆ ਨਿਧ ਗੁਰੂ ਗਰੀਬ ਨਵਾਜ, ਅਜ਼ਮਤਾਂ ਮਿਹਰਾਮਤਾਂ ਦਾ ਸਾਗਰ, ਭਗਤ ਵਛਲ ਪਤਿਤ ਪਾਵਨ, ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਸੁੰਦਰ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗਾਂ ਦੇ ਸਦਕਾ ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪ ਜੀ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾ ਰਹੇ ਹੋ। ਉਮਰ ਰਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਨੂੰ ਪਤਤਾਂ ਨੂੰ ਸਾਂਭਣ ਵਾਲੇ ਆਪਣਾ ਬਿਰਦ ਪਛਾਣਦੇ ਹੋਏ ਨੀਚਾਂ ਨੂੰ ਉੱਚਿਆਂ ਥਾਪਣ ਵਾਲੇ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੀ ਸ਼ੋਭਾ ਨਿਤਾ ਪ੍ਰਤੀ ਸਾਧ ਸੰਗਤ ਦੀਆਂ ਹਾਜ਼ਰੀਆਂ ਭਰ ਕਰਕੇ ਆਪ ਸੰਗਤਾਂ ਸ਼ਰਵਣ ਕਰਦੇ ਹੋ। ਆਇਓ ਪੜ੍ਹਨ ਸੁਣਨ ਕਉ ਬਾਣੀ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਨੁੱਖਾ ਜਨਮ ਦਾ ਬੜਾ ਉੱਤਮ ਸ੍ਰੇਸ਼ਟ ਲਾਹਾ, ਜੋ ਆਪ ਜੀ ਸਾਧ ਸੰਗਤ ਵਿੱਚ ਬੈਠ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਜੀਵਨ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰੋਂ ਸੁਣ ਰਹੇ ਹੋ। ਜਥਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣ ਵਿਚਾਰ ਕੇ ਲਾਹਾ ਪ੍ਰਾਪਤ ਕੀਤਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਵਾਲੀ ਪਾਲਕੀ ਸਿੱਖਾਂ ਦੇ ਕੰਧੇ 'ਤੇ ਚੁਕਵਾ ਆਪ ਜੋੜਾ ਗੋਇੰਦਵਾਲ ਸਾਹਿਬ ਉਤਾਰ ਕਰਕੇ ਨੰਗੇ ਪੈਰੀਂ ਪੋਥੀਆਂ ਦੇ ਮਗਰਲੇ ਪਾਸੇ ਹੁੰਦੇ ਚੌਰ ਸਾਹਿਬ ਕਰਦੇ ਜਾ ਰਹੇ ਹੈ। ਇੱਥੋਂ ਮਹਾਰਾਜ ਚੱਲਦੇ ਚਲਾਉਂਦੇ ਸੰਗਤਾਂ ਨੂੰ ਤਾਰਦੇ ਨਦਰੋਂ ਨਦਰ ਨਿਹਾਲ ਕਰਦੇ ਪਵਿੱਤਰ ਸ਼੍ਰੀ ਖਡੂਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਤੇ ਮਹਾਰਾਜ ਦੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਘਰ ਦੇ ਦਰਸ਼ਨ ਕੀਤੇ। ਨਾਲ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਯਾਦ ਵਿੱਚ ਜੋ ਕਰੀਰ ਦਾ ਦਰਖਤ ਹੈ ਸੀ, ਉਹਦੀਆਂ 4 ਪ੍ਰਦਖਣਾ ਕੀਤੀਆਂ, ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਇੰਨੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਤਿੰਨਾਂ ਨੂੰ ਖਬਰ ਹੋਈ ਕਿ ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦੋਹਤੇ
ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ, ਗੁਰੂ ਨਾਨਕ ਪਾਤਸ਼ਾਹ ਦੇ ਮੁਕੱਦਸ ਤਖਤ ਦੇ ਪੰਜਵੇਂ ਮਾਲਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਪਣੇ ਨਗਰ ਆਏ ਹੋਏ ਹਨ। ਬਾਬਾ ਦਾਤੂ ਜੀ ਪਿਛਲੀ ਕੀਤੀ ਹੋਈ ਭੁੱਲ ਨੂੰ ਬਖਸ਼ਾਉਣ ਵਾਸਤੇ ਮਹਾਰਾਜ ਦੇ ਚਰਨੀ ਪੇਸ਼ ਹੋਏ, ਦਰਸ਼ਨ ਦੀਦਾਰ ਕੀਤੇ, ਬੰਦਨਾ ਕੀਤੀ ਤੇ ਗਰੀਬ ਨਵਾਜ ਮਹਾਰਾਜ ਦੇ ਚਰਨੀ ਝੁਕਣ ਲੱਗੇ। ਮਰਿਆਦਾ ਪੁਰਸ਼ੋਤਮ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਇਹ ਬਾਬਾ ਦਾਤੂ ਜੀ, ਇੱਕ ਆਪ ਉਮਰ ਵਿੱਚ ਵੱਡੇ ਹੋ, ਦੂਜਾ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਹੋ, ਜਿਨ੍ਹਾਂ ਦੇ ਘਰ ਦੇ ਅਸੀਂ ਸਿੱਖ ਦਾਸ ਹਾਂ। ਤੁਹਾਡੇ ਚਰਨੀ ਝੁਕਣਾ ਸਾਡਾ ਬਣਦਾ ਹੈ। ਬਾਬਾ ਦਾਤੂ ਜੀਆਂ ਜਵਾਬ ਦਿੱਤਾ, ਸਤਿਗੁਰੂ ਜੀ ਝੁਕ ਲੈਣ ਦਿਓ ਮਹਾਰਾਜ, ਤੁਹਾਡੇ ਚਰਨਾਂ ਨਾਲ ਲੱਗਿਆਂ ਦਾ ਹੀ ਸਾਡੀ ਕਲਿਆਣ ਹੈ। ਤੇ ਗਰੀਬ ਨਵਾਜ ਪੁੱਛਦੇ ਵੀ ਕੀ ਕਾਰਨ ਹੈ ਸਾਡੇ ਚਰਨੀ ਲੱਗਣ ਦਾ, ਇੰਨਾ ਉਤਾਵਲੇ ਹੋ ਰਹੇ ਹੋ। ਦੱਸਿਆ, ਮਹਾਰਾਜ ਜੀ ਸਾਥੋਂ ਬੜੀ ਵੱਡੀ ਅਵੱਗਿਆ ਹੋਈ, ਜਿਹਦਾ ਬਖਸ਼ਾਉਣਾ ਤੁਹਾਡੇ ਚਰਨੀ ਪੈ ਕੇ ਹੋ ਸਕਦਾ ਹੈ। ਦੱਸਣ ਲੱਗੇ ਬਾਬਾ ਦਾਤੂ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿ ਜਦੋਂ ਸਾਡੇ ਪਿਤਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਸੇਵਾ ਤੋਂ ਤਰੁੱਠ ਕਰਕੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਿਆਈ ਦਾ ਤਖਤ ਦਿੱਤਾ ਤੇ ਅਸੀਂ ਈਰਖਾ ਕਰ ਗਏ ਸੀ, ਬੜਾ ਸਾੜਾ ਕੀਤਾ ਵੀ ਸਾਨੂੰ ਮਿਲਣੀ ਚਾਹੀਦੀ ਪਿਤਾ ਬਾਬਿਆਂ ਦੀ ਵਸਤੂ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਕਲੇਸ਼ ਕਰਨ ਕਰਕੇ ਫਿਰ ਗੋਇੰਦਵਾਲ ਛੱਡ ਕੇ, ਵਾਹਿਗੁਰੂ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਚਲੇ ਗਏ ਸਨ। ਪਰ ਪੂਰੇ ਗੁਰੂ ਸਨ ਸੰਗਤਾਂ ਖਡੂਰ ਸਾਹਿਬ ਨੂੰ ਛੱਡ ਕੇ ਫਿਰ ਗੋਇੰਦਵਾਲ ਸਾਹਿਬ ਨੂੰ ਹੋ ਤੁਰੀਆਂ, ਬੜੀ ਰੌਣਕ ਰਹਿਣ ਲੱਗੀ। ਹੇ ਪਾਤਸ਼ਾਹ ਜੀ, ਗੋਇੰਦਵਾਲ ਸਾਹਿਬ ਦੀਆਂ ਰੌਣਕਾਂ ਵੇਖ ਵੇਖ ਕੇ ਆਏ ਹੋਏ ਮੇਰੇ ਇੱਕ ਖੱਤਰੀ ਮਿੱਤਰ ਨੇ ਮੈਨੂੰ, ਉਹਦਾ ਆਪਦਾ ਮਨ ਖੋਟਾ ਸੀ ਤੇ ਮੇਰੇ ਮਨ ਨੂੰ ਵੀ ਪ੍ਰੇਰਿਆ। ਆਖਿਆ, ਬਾਬਾ ਦਾਤੂ ਜੀ, ਤੁਸੀਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਹੋ ਕੇ ਵੀ ਖਾਲੀ, ਤੁਹਾਨੂੰ ਕੋਈ ਝੁਕਦਾ ਨਹੀਂ, ਤੁਹਾਡੇ ਘਰ ਵਿੱਚ ਕੋਈ ਮੱਥਾ ਨਹੀਂ ਟੇਕਣ ਆਉਂਦਾ। ਪਰ ਤੁਹਾਡੇ ਘਰ ਸੇਵਾ ਕਰਨ ਵਾਲੇ ਗੁਰੂ ਅਮਰਦਾਸ ਮਹਾਰਾਜ ਦੇ ਘਰ ਗੋਇੰਦਵਾਲ ਸਾਹਿਬ ਤਾਂ ਬੜੀਆਂ ਰੌਣਕਾਂ ਲੱਗੀਆਂ ਹੋਈਆਂ। ਤੁਸੀਂ ਜਿਉਂਦੇ ਹੀ ਮਰਿਆਂ ਵਰਗੇ ਹੋ, ਕੋਈ ਉਦਮ ਨਹੀਂ ਕਰਦੇ, ਆਲਸ ਧਾਰ ਕੇ ਘਰੇ ਬੈਠੇ ਹੋ। ਉਹਦੀ ਗੱਲ ਸੁਣ ਕੇ ਮਹਾਰਾਜ ਜੀ ਫਿਰ ਮੈਂ ਗੋਇੰਦਵਾਲ ਸਾਹਿਬ ਪਹੁੰਚਿਆ ਸੀ। ਸੰਗਤ ਦੇ ਵਿੱਚੋਂ ਲੰਘ ਕੇ ਪਿਛਲੇ ਪਾਸਿਓਂ ਗੁਰੂ ਅਮਰਦਾਸ ਮਹਾਰਾਜ ਦੇ ਵੱਖੀ ਵਿੱਚ ਲੱਤ ਮਾਰ ਦਿੱਤੀ। ਬਿਰਧ ਸਰੀਰ ਵਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤਖਤ ਤੋਂ ਹੇਠਾਂ ਡਿੱਗੇ। ਸੰਗਤਾਂ ਨੇ ਚੁੱਕ ਕੇ ਮਹਾਰਾਜ ਦੇ ਬਿਰਧ ਸਰੀਰ ਸਾਂਭਦਿਆਂ ਜਦੋਂ ਸਿੰਘਾਸਣ 'ਤੇ ਬਿਠਾਇਆ, ਇੰਨੀ ਨਿਮਰਤਾ ਵਿਖਾਈ ਉਸ ਪਾਤਸ਼ਾਹ ਗੁਰੂ ਅਮਰਦਾਸ ਜੀ। ਆਖਿਆ, ਇਹ ਬਾਬਾ ਦਾਤੂ ਜੀ, ਆਪ ਦਾ ਸਰੀਰ ਬੜਾ ਕੂਲਾ ਕੋਮਲ ਹੈ, ਅਸੀਂ ਬੁੱਢੇ ਸਰੀਰ ਹੋਣ ਕਰਕੇ ਹੱਡ ਤੁਹਾਡੇ ਪੈਰ ਨੂੰ ਚੁਭੇ ਹੋਣੇ ਆ, ਤੇ ਸਾਨੂੰ ਬਖਸ਼ੋ, ਕਿਰਪਾ ਕਰੋ, ਆਪਣੇ ਚਰਨਾਂ ਦੀ ਸੇਵਾ ਬਖਸ਼ੋ। ਤੇ ਸਾਡੇ ਚਰਨ ਫੜ ਲਏ। ਆਖਿਆ, ਚੰਗਾ ਕੀਤਾ, ਅਸੀਂ ਹੰਕਾਰ ਗਏ ਸੀ ਇਹ ਤਖਤ 'ਤੇ ਬਹਿ ਕੇ, ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਵੇਖ ਕੇ ਖੜੇ ਨਹੀਂ ਹੋਏ। ਤੁਸਾਂ ਲੱਤ ਮਾਰ ਕੇ ਸਾਨੂੰ ਜੋ ਕੀਤਾ ਚੰਗਾ ਕੀਤਾ। ਸਾਨੂੰ ਖਬਰ ਹੋਈ ਹੈ ਵੀ ਤੁਹਾਡਾ ਸਤਿਕਾਰ ਕਰਨਾ ਚਾਹੀਦਾ ਸੀ। ਇਸੇ ਤਰ੍ਹਾਂ ਆਪਦੀ ਕਿਰਪਾ ਰੱਖਣੀ, ਸਾਨੂੰ ਔਗਣਾਂ ਦੇ ਭਰਿਆਂ ਨੂੰ ਝਿੜਕਦੇ ਰਹਿਣਾ। ਮਹਾਰਾਜ ਮੈਂ ਫੇਰ ਵੀ ਨਾ ਹਟਿਆ ਹੰਕਾਰ ਦਾ ਮਾਰਿਆ। ਆਖਿਆ, ਭਲਾ ਹੀ ਤੇਰਾ ਐਸੇ ਵਿੱਚ ਅਮਰਦਾਸ, ਗੋਇੰਦਵਾਲ ਸਾਹਿਬ ਛੱਡ ਕੇ ਤੇ ਇੱਥੋਂ ਕਿਤੇ ਦੂਰ ਚਲੇ ਜਾਓ, ਸਾਨੂੰ ਦਿਸ ਨਾ ਪਾਓ, ਨਹੀਂ ਤਾਂ ਬੁਰੀ ਕਰਾਂਗੇ। ਤੁਸੀਂ ਧੋਖੇ ਨਾਲ ਸਾਡੇ ਭੋਲੇ ਪਿਤਾ ਤੋਂ ਗੁਰਤਾ ਲਈ ਹੈ, ਇਹਦੇ 'ਤੇ ਸਾਡਾ ਹੱਕ ਬਣਦਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਰਾਤ ਦੇ ਹਨੇਰੇ ਵਿੱਚ ਖਡੂਰ ਸਾਹਿਬ ਛੱਡ ਗਏ ਸਨ ਤੇ ਜੋੜਾ ਵੀ ਲਾਹ ਗਏ, ਨੰਗੇ ਪੈਰੀਂ ਗਏ, ਕੁਝ ਵੀ ਨਾਲ ਨਾ ਲੈ ਕੇ ਗਏ। ਤੇ ਆਪਣੇ ਨਗਰ ਵਿੱਚ ਜਾ ਕੇ ਗਵਾਲਿਆਂ ਦੇ ਕੋਠੇ ਵਿੱਚ ਛੁਪ ਬੈਠੇ। ਬਾਹਰ ਦਰਵਾਜ਼ੇ ਦੇ ਲੇਕੇ ਲਾ ਦਿੱਤਾ, ਜਿਹੜਾ ਦਰਵਾਜ਼ਾ ਖੋਲ੍ਹੇ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਲੋਕ ਪਰਲੋਕ ਦੇ ਜੋ ਦੁੱਖ ਭੋਗੇਗਾ ਉਹਦੇ ਸਹਾਈ ਅਸੀਂ ਨਹੀਂ ਹੋਵਾਂਗੇ।
ਇਸ ਤਰ੍ਹਾਂ ਬਾਬਾ ਦਾਤੂ ਜੀਆਂ ਫਿਰ ਆਪਦੀ ਸਾਰੀ ਵਿਥਿਆ ਸੁਣਾਈ। ਇਹ ਕੁਝ ਪ੍ਰਸੰਗ ਰਹਿ ਗਿਆ ਸੀ ਬਾਬਾ ਦਾਤੂ ਜੀ ਦੇ ਬਖਸ਼ੇ ਜਾਣ ਦਾ, ਅੱਜ ਦੇ ਦੀਵਾਨ ਵਿੱਚ ਆਪਾਂ ਵਿਚਾਰਾਂਗੇ। ਫਿਰ ਕਿਵੇਂ ਬਾਬਾ ਦਾਤੂ ਜੀ ਕਹਿੰਦੇ ਅਸੀਂ ਕੁਝ ਸਮਾਂ ਪਾ ਕੇ ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਵਾਲੇ ਸੀ, ਗੋਇੰਦਵਾਲ ਸਾਹਿਬ ਜਾ ਕੇ ਬੇਨਤੀ ਕੀਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸੀ ਵੀ ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਕਿਤੇ ਆਉਣਗੇ ਤੁਹਾਡੇ ਆਪ ਚੱਲ ਕੇ ਨਗਰ ਵਿੱਚ, ਉਦੋਂ ਤੁਹਾਡਾ ਇਹ ਦੁੱਖ ਬਖਸ਼ਿਆ ਜਾਵੇਗਾ, ਕਿਉਂਕਿ ਸਾਡੇ ਚਰਨ ਵਿੱਚ ਉਦੋਂ ਤੋਂ ਪੀੜਾ ਰਹਿਣ ਲੱਗ ਪਈ ਸੀ, ਜਿਵੇਂ ਕਿਸੇ ਨੇ ਹੱਡ ਚੀਰਿਆ ਹੁੰਦਾ। ਤੋ ਮਹਾਰਾਜੇ ਦੁੱਖ ਤੋਂ ਸਾਨੂੰ ਨਿਜਾਤ ਦਿਵਾਉਣ ਵਾਸਤੇ ਤੁਸੀਂ ਆਏ, ਬੜਾ ਉਡੀਕਿਆ ਤੁਹਾਨੂੰ। ਤੋ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਦਇਆ ਕਰਕੇ ਖਾਲਸਾ ਜੀ ਬਾਬਾ ਦਾਤੂ ਜੀ ਦੇ ਲੱਤ ਦਾ ਦਰਦ ਦੂਰ ਕੀਤਾ ਸੀ, ਬਹਾਨੇ ਜਿਹਦੇ ਨਾਲ ਗੋਡਿਆਂ ਨੂੰ ਹੱਥ ਲਾ ਕਰਕੇ ਦਰੁਸਤ ਕਰ ਦਿੱਤਾ। ਇਹ ਪ੍ਰਸੰਗ ਕਥਾ ਜਾਵੇਗੀ ਜਿਵੇਂ ਆਉਂਦੀ ਹੈ। ਜਿਵੇਂ ਬਾਬਾ ਦਾਤੂ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਬਖਸ਼ਿਆ, ਗੁਰੂ ਅਮਰਦਾਸ ਮਹਾਰਾਜ ਤੋਂ ਬਖਸ਼ਾਇਆ, ਚਿੱਤ ਬਿਰਤੀ ਧਾਰ ਕੇ ਉਹ ਪ੍ਰਸੰਗ ਸਰਵਣ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਸਾਓ। ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਏ ਘਟੀ ਜਬ ਦਿਨ ਰਹਿਓ। ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਸੁਣੋ, ਜਦੋਂ ਗੁਰੂ ਅਮਰਦਾਸ ਪਾਤਸ਼ਾਹ ਗਏ ਚਲੇ ਖਡੂਰ ਸਾਹਿਬ ਛੱਡ ਕੇ, ਸੰਗਤਾਂ ਲੱਭਦੀਆਂ ਫਿਰਦੀਆਂ ਗੁਰੂ ਅਮਰਦਾਸ ਮਹਾਰਾਜ ਨੂੰ, ਤੇ ਮੈਂ ਪਿੱਛੋਂ ਮੌਕਾ ਸੰਭਾਲਿਆ, ਗੁਰੂ ਬਣ ਕੇ ਗੱਦੀ ਲਾ ਕੇ ਬਹਿ ਗਿਆ। ਪਰ ਕਿਸੇ ਨੇ ਮੈਨੂੰ ਪੂਜਿਆ ਨਾ, ਮੱਥਾ ਨਾ ਟੇਕਿਆ। ਜਦੋਂ ਅਸੀਂ ਵੇਖਿਆ ਵੀ ਹੁਣ ਗੁਰੂ ਤਾਂ ਇੱਥੇ ਬਣਿਆ ਨਹੀਂ ਜਾਣਾ, ਕਿਉਂ ਨਾ ਫਿਰ ਸਾਰਾ ਸਮਾਨ ਸਾਂਭ ਲਿਆ ਜਾਵੇ। ਹੇ ਪਾਤਸ਼ਾਹ, ਅਸੀਂ ਜਿੰਨੀ ਉੱਥੇ ਮਾਇਆ ਸੀ ਨਾ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ, ਜਿੰਨਾ ਵੀ ਸਮਾਨ ਪਿਆ ਸੀ ਚੁਬਾਰਾ ਸਾਹਿਬ, ਜਿੰਨਾ ਵੀ ਧਨ ਦੌਲਤ ਕੋ ਸੰਗਤਾਂ ਦਾ ਦਸਵੰਧ ਆਇਆ ਸੀ, ਕੋਈ ਮਾਇਆ, ਕੋਈ ਕੱਪੜਾ ਚੰਗਾ ਬੇਸ਼ਕੀਮਤੀ, ਕੋਈ ਗਹਿਣਾ ਆਦਿਕ, ਜਾਂ ਕੋਈ ਗੁਰੂ ਧਾਮਾਂ ਦੀ ਸੇਵਾ ਵਾਸਤੇ ਸੋਨਾ ਆਦਿਕ ਆਇਆ ਸੀ, ਉਹ ਸਾਰਾ ਹੀ ਸਾਂਭ ਕੇ ਤੇ ਖੱਚਰ ਭਰ ਲਈ। ਸ਼ਾਮ ਦਾ ਸਮਾਂ ਸੀ, ਖੱਚਰ ਭਰ ਕੇ ਅਸੀਂ ਤੇ ਗੋਇੰਦਵਾਲ ਸਾਹਿਬ ਤੋਂ ਤੁਰ ਪਏ। ਲਾਲਚ ਧਾਰ ਕੇ ਅਸੀਂ ਬੜੀ ਖੱਚਰ ਭਰ ਕੇ ਲਈ, ਤੇ ਦੋ ਸੇਵਕ ਸਾਡੇ ਨਾਲ ਸਨ ਜਿਹੜੇ ਨਾਲ ਆਏ ਸੀ ਖਡੂਰ ਸਾਹਿਬ ਤੋਂ। ਦੋ ਨਾਲ ਮੇਰੇ ਚੇਲੇ ਸਿੱਖ ਸਨ, ਤੇ ਅਸੀਂ ਇੱਥੋਂ ਗੋਇੰਦਵਾਲ ਸਾਹਿਬ ਤੋਂ ਤੁਰੇ। ਦੋਏ ਘਟੀ ਜਬ ਦਿਨ ਰਹਿਓ। ਜਦੋਂ ਗੋਇੰਦਵਾਲੋਂ ਤੁਰਦੇ ਗਏ ਖਡੂਰ ਸਾਹਿਬ ਨਾ ਪਹੁੰਚਿਆ ਗਿਆ, ਕਿਉਂਕਿ ਤੁਰੇ ਥੋੜ੍ਹਾ ਹਨੇਰੇ, 2 ਕੁ ਘੜੀਆਂ ਦਿਨ ਰਹਿ ਗਿਆ ਸੀ, ਕੋਈ ਆ ਜਿਵੇਂ 48 ਕੁ ਮਿੰਟ ਅੱਜ ਦੇ ਸਮੇਂ ਦੇ। ਹੇ ਮਹਾਰਾਜ, 2 ਘੜੀਆਂ ਪਿੱਛੇ ਦਿਨ ਰਹਿ ਗਿਆ ਜਦੋਂ ਮਾਰਗ ਪ੍ਰਸਤਾਨੇ। ਤੇ ਇੰਨੀ ਦੇਰੀ ਨਾਲ ਅਸੀਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਤੁਰੇ ਸਾਂ। ਆਪਣੇ ਸਦਨ ਖਡੂਰ ਕੋ, ਆਪਦੇ ਘਰ ਜਾਣ ਵਾਸਤੇ ਖਡੂਰ ਸਾਹਿਬ ਨੂੰ। ਚਿਤ ਚਾਹਤ ਜਾਣੇ। ਚਿੱਤ ਵਿੱਚ ਚਾਹਤ ਕੀਤੀ ਵੀ ਅਸੀਂ ਹੁਣ ਛੇਤੀ ਦੇ ਨਾਲ ਖਡੂਰ ਸਾਹਿਬ ਪਹੁੰਚ ਜਾਈਏ। ਬਹੁ ਧਨ ਲੈ ਗਮਨਿਓ ਜਬੈ। ਇਹ ਪਾਤਸ਼ਾਹ ਜੀ, ਇਸ ਤਰ੍ਹਾਂ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਦਾ ਸਾਰਾ ਧਨ ਮਾਲ ਇਕੱਠਾ ਕਰਕੇ ਖੱਚਰ ਲੱਦ ਕੇ ਛੇਤੀ ਦੇ ਨਾਲ ਖੁਸ਼ ਹੁੰਦੇ ਹੋਏ ਖਡੂਰ ਸਾਹਿਬ ਨੂੰ ਤੁਰ ਪਏ। ਦਿਨ ਮਨ ਅਸਤਾਇਓ। ਤੇ ਰਸਤੇ ਵਿੱਚ ਹੀ ਸਾਨੂੰ ਜਿਹੜਾ ਨਾ ਉਹ ਸੂਰਜ ਡੁੱਬ ਗਿਆ, ਹਨੇਰਾ ਪੈ ਗਿਆ ਸੀ, ਅੰਧਕਾਰ ਭਾ ਜਗਤ ਮੈਂ। ਤੇ 4 ਚੁਫੇਰੇ ਸਭ ਪਾਸੇ ਸੰਸਾਰ ਵਿੱਚ ਰਾਤ ਪੈਣ ਕਰਕੇ ਹਨੇਰਾ ਹੀ ਹਨੇਰਾ ਦਿਸਦਾ। 10 ਦਿਸ ਛਾਇਓ। 10 ਦਿਸ਼ਾਵਾਂ ਵਿੱਚ 4 ਚੁਫੇਰੇ ਸੂਰਜ ਸਾਨੂੰ ਰਸਤੇ 'ਚ ਹੀ ਛਿਪ ਗਿਆ ਸੀ। ਗੋਇੰਦਵਾਲੋਂ ਥੋੜ੍ਹਾ ਦੇਰੀ ਨਾਲ ਤੁਰੇ, 2 ਕੁ ਘੜੀਆਂ ਦਿਨ ਰਹਿੰਦਾ ਸੀ, ਤੇ ਜਾਂਦਿਆਂ ਖੱਚਰ ਲੱਦੀ ਹੋਣ ਕਰਕੇ ਹੌਲੀ ਤੁਰਦੀ ਸੀ। ਅਸੀਂ ਧਨ ਦੇ ਲਾਲਚ ਵਿੱਚ ਤੁਰਦਿਆਂ ਰਸਤੇ ਵਿੱਚ ਹੀ ਸਾਨੂੰ ਹਨੇਰਾ ਪੈ ਗਿਆ। ਸਭ ਪਾਸੇ ਹਨੇਰਾ ਦਿਸਦਾ, ਕੁਝ ਦਿਸਦਾ ਨਹੀਂ ਹੈ। ਪਹੁੰਚਿਓ ਨਹੀਂ ਖਡੂਰ ਮੈਂ। ਤੇ ਖਡੂਰ ਸਾਹਿਬ ਨਹੀਂ ਸਾਥੋਂ ਪਹੁੰਚ ਹੋਇਆ, ਰਸਤੇ ਵਿੱਚ ਰਾਤ ਪੈ ਗਈ। ਰਹਿ ਦੂਰ ਕਿਤੇ ਕਾ। ਕੁਝ ਕੁ ਦੂਰੀ
ਜਿਹੜਾ ਨਾ ਖਡੂਰ ਸਾਹਿਬ ਸਾਡੇ ਤੋਂ ਰਹਿ ਗਿਆ ਰਾਤ ਹਨੇਰਾ ਹੋਣ ਕਰਕੇ, ਤਸ ਕਰ ਪੈਦਾਇਕ ਮਿਲੇ। ਤੇ ਉਜਾੜ ਵਿੱਚ ਉਹਨੇ ਨੂੰ ਸਾਨੂੰ ਬੜੇ ਡਰਾਵੇ ਦੇਣ ਵਾਲੇ ਹੱਥ ਵਿੱਚ ਹਥਿਆਰ ਸ਼ਾਸਤਰ ਫੜੇ ਹੋਏ ਤੇ ਚੋਰ ਆਣ ਡਾਕੂ ਲਟੇਰੇ ਪੈ ਗਏ ਸਨ। ਤਿਹ ਸਮੈ ਅਨੇਕਾ। ਬੜੇ ਭਾਰੀ ਵੀ ਅਸੀਂ 3 ਜਣੇ ਸਾਂ ਤੇ ਉਹ 15 20 25 ਜਿਹੜੇ ਡਾਕੂ ਹਨੇਰੇ ਦੇ ਵਿੱਚ ਸਾਨੂੰ ਲੁੱਟਣ ਵਾਸਤੇ ਪੈ ਗਏ। ਦੇਖਤ ਸ਼ਸਤਰ ਉਠਾਏ ਕੈ। ਸਾਨੂੰ ਵੇਖਦਿਆਂ ਸਾਰ ਉਹਨਾਂ ਨੇ ਸ਼ਸਤਰ ਕੱਢ ਲਏ, ਤਲਵਾਰਾਂ ਕੱਢ ਕੇ ਮੁੜ ਸਾਡੇ ਧੌਣਾਂ ਤੇ ਰੱਖ ਦਿੱਤੀਆਂ। ਮਾਰਨ ਕੋ ਆਏ। ਤੇ ਜਦੋਂ ਸਾਨੂੰ ਮਾਰਨ ਵਾਸਤੇ ਉਹ ਸਾਡੇ ਗਲ ਪਏ, ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜਦੋਂ, ਤਰਾਸ ਪਾਏ ਤਿਨ ਪਾਸ ਤੇ ਤੇ। ਕੀ ਦਸੀਏ ਮਹਾਰਾਜ, ਅਸੀਂ ਉਹਨਾਂ ਲਟੇਰਿਆਂ ਤੋਂ ਬੜਾ ਭੈਭੀਤ ਹੋ ਗਏ, ਡਰ ਗਏ ਸਾਂ। ਮਮ ਦਾਸ ਤੇ ਭਲਾਏ। ਮੇਰੇ ਨਾਲ ਦੇ ਦੋਵੇਂ ਜਿਹੜੇ ਸੀ ਨਾ ਦਾਸ, ਉਹ ਤਾਂ ਪੱਤਰੇ ਤੀਰ ਗਏ ਵੇਖਦਿਆਂ ਸਾਰੀ, ਕਿਉਂਕਿ ਪਹਾੜੇ ਦੇ ਸਨ ਨਾ ਸਿੱਖ ਵੀ। ਤੇ ਮਹਾਰਾਜ ਜਿਹੜੇ ਮੈਂ 2 ਨਾਲ ਲੈ ਕੇ ਆਇਆ ਸਾਂ, ਉਹ ਲੁਟੇਰਿਆਂ ਨੂੰ ਵੇਖਦਿਆਂ ਸਾਰੀ ਉਥੋਂ ਨੱਸ ਗਏ ਸਨ, ਦੌੜ ਗਏ ਕਿਸੇ ਪਾਸੇ ਨੂੰ। ਮੈਂ ਡਰ ਧਰ ਬੋਲਿਓ ਤੇ ਤਬੈ। ਮੈਂ ਇਕੱਲਾ ਹੀ ਰਹਿ ਗਿਆ। ਸਤਿਗੁਰੂ ਜੀ, ਫਿਰ ਮੈਂ ਉਹ ਲੁਟੇਰਿਆਂ ਤੋਂ ਬੜਾ ਡਰਦੇ ਹੋਇਆ ਉਹਨਾਂ ਨੂੰ ਬੇਨਤੀ ਕੀਤੀ, ਬੋਲਿਆ ਸੀ ਕਿਉ ਮਾਰੋ ਵੀ ਮੋਹੀ। ਮੈਨੂੰ ਨਾ ਤੁਸੀਂ ਮਾਰੋ ਕਿਸੇ ਕਰਕੇ ਵੀ ਪੈਸੇ ਹੀ ਲੈਣੇ ਆ ਨਾ, ਤੇ ਐਂ ਕਰੋ ਮੇਰੀ ਜਾਨ ਬਖਸ਼ ਦਿਓ, ਮੈਨੂੰ ਨਾ ਮਾਰੋ ਆਪ। ਧਨ ਕਾਰਨ ਮਾਰਨ ਕਰਹਾ। ਕਿਉਂਕਿ ਪੈਸਾ ਲੁੱਟਣ ਵਾਸਤੇ ਆਏ ਹੋ ਤੇ ਮਾਇਆ ਕਰਕੇ ਤੁਸੀਂ ਮੇਰੀ ਜਾਨ ਲੈਣੀ, ਮੈਨੂੰ ਮਾਰੋਗੇ। ਲਿਹੋ ਜੇ ਤਿਕ ਹੋਹੀ। ਤੇ ਮੈਂ ਕਿਹੜਾ ਰੋਕਦਾ, ਆ ਜਿੰਨਾ ਧਨ ਮੇਰੇ ਕੋਲ ਹੈ ਨਾ ਆਪ ਸਾਰਾ ਹੀ ਲੈ ਲਓ, ਪਰ ਮੈਨੂੰ ਮਾਰੋ ਨਾ। ਛੀਨ ਲੀਨ ਵਸਤੂ ਸਕਲ। ਤੋ ਸਤਿਗੁਰੂ ਜੀ ਇਸ ਤਰ੍ਹਾਂ ਉਹਨਾਂ ਲੁਟੇਰਿਆਂ ਨੇ ਮੇਰੀ ਭਰੀ ਹੋਈ ਖੱਚਰ ਜਿਹੜੀ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਘਰੋਂ ਲੁੱਟ ਕੇ ਲਿਆਇਆ ਸਾਂ, ਉਹ ਸਾਰੇ ਦਾ ਸਾਰਾ ਲੁੱਟਿਆ ਧਨ ਉਹਨਾਂ ਨੇ ਮੇਰੇ ਪਾਸੋਂ ਖੋਹ ਲੈਣਾ ਕੀਤਾ। ਨਹਿ ਬੋਲਣ ਦੀਨੋ। ਤੇ ਮੈਨੂੰ ਕੁਸਕਣ ਤੱਕ ਨਹੀਂ ਦਿੱਤਾ। ਮੋਢਿਆਂ ਤੇ ਉਹ ਗਲ ਤੇ ਤਲਵਾਰ ਰੱਖ ਲਈ ਤੇ ਮੈਨੂੰ ਬੋਲਣ ਕੁਝ ਨਾ ਦਿੱਤਾ। ਪੁਨ ਸਰੀਰ ਕੇ ਚੀਰ ਸਭ। ਹੋਰ ਤਾਂ ਹੋਰ ਮਹਾਰਾਜ ਉਹਨਾਂ ਨੇ ਮੇਰੇ ਸਰੀਰ ਤੇ ਕਪੜਾ ਵੀ ਕੋਈ ਨਾ ਛੱਡਿਆ, ਪੱਗ ਵੀ ਲਾਹ ਲਈ, ਮੇਰਾ ਗਲ ਦਾ ਕੈਂਠਾ ਪਾਇਆ ਵੀ ਲਾਹ ਲਿਆ, ਇਸ ਤਰ੍ਹਾਂ ਮੇਰੇ ਬੇਸ਼ਕੀਮਤੀ ਪਾਇਆ ਚੋਲਾ ਬਾਣਾ ਵੀ ਉਤਾਰ ਲਿਆ ਸੀ। ਕੀ ਤਿਨ ਤੇ ਹੀਨੋ। ਹਾਂ, ਇਹ ਮੈਨੂੰ ਕੱਪੜਿਆਂ ਤੋਂ ਵੀ ਰਹਿਤ ਭਾਵ ਜਿਹੜਾ ਵਾ ਉਹ ਸਾਰਾ ਮੇਰੀ ਪੱਗ ਗਹਿਣਾ ਸੋਹਣੇ ਬਸਤਰ ਵੀ ਉਤਾਰ ਲਏ ਸਨ। ਅਤਿਸ਼ੈ ਸੰਕਟ ਪਾਏ ਕੈ। ਮਹਾਰਾਜ ਬੜਾ ਭਾਰੀ ਮੇਰੇ ਤੇ ਦੁੱਖ ਉਸ ਦਿਨ ਪਿਆ ਸੀ ਜਦੋਂ ਮੈਂ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰ ਕੇ ਸਿੰਘਾਸਣ ਤੋਂ ਥੱਲੇ ਡੇਗ ਕੇ ਉਹਨਾਂ ਦੀ ਬੇਪਤੀ ਕੀਤੀ। ਮਹਾਰਾਜ ਨੂੰ ਗੋਇੰਦਵਾਲ ਸਾਹਿਬ ਤੋਂ ਕੱਢਿਆ, ਉਥੋਂ ਮਹਾਰਾਜ ਦਾ ਧਨ ਲੁੱਟ ਕੇ ਮੈਂ ਖੱਚਰ ਭਰ ਕੇ ਲੈ ਕੇ ਆਇਆ। ਉਸ ਸ਼ਾਮ ਮਹਾਰਾਜ ਮੇਰੇ ਪੱਲੇ ਵੀ ਕੁਝ ਨਹੀਂ ਪਿਆ, ਉਹ ਧਨ ਮੈਨੂੰ ਵੀ ਨਾ ਮਿਲਿਆ। ਲੁਟੇਰੇ ਪੈਣ ਕਰਕੇ ਬੜਾ ਦੁਖੀ ਹੋਇਆ ਸੀ। ਨਿਜ ਆਏ ਨਿਕੇਤਾ। ਤੇ ਉਸੇ ਤਰ੍ਹਾਂ ਹੀ ਬੇਕਪੜਿਆਂ ਤੋਂ ਹੀ ਮਹਾਰਾਜ ਮੈਂ ਘਰ ਨੂੰ ਆਇਆ ਸਾਂ। ਤੋ ਸਾਧ ਸੰਗਤ ਦੀ ਜਿਹੜਾ ਗੁਰੂ ਕੇ ਘਰ ਦਾ ਮਾਇਆ ਚੋਰੀ ਕਰੇ, ਜਾਂ ਜਿਹੜਾ ਮਹਾਰਾਜ ਦੇ ਘਰ ਤੇ ਸਾਧ ਸੰਗਤ ਕਿਸੇ ਵਸਤੂ ਤੇ ਅੱਖ ਰੱਖਦਾ ਹੈ ਨਾ, ਉਹ ਗੁਰੂ ਕੀ ਵਸਤੂ ਤਾਂ ਉਹਨੂੰ ਪਚਣੀ ਕੀ ਆ, ਜਿਹੜੇ ਕੋਲ ਹੁੰਦੇ ਉਹ ਵੀ ਨਹੀਂ ਰਹਿੰਦਾ। ਜਿਹੜਾ ਪਾਸ ਹੈ ਨਾ ਉਹਦੇ ਕੋਲ ਥੋੜ੍ਹਾ ਬਹੁਤਾ, ਇਹ ਗੁਰੂ ਕੀ ਮਾਇਆ ਉਹ ਵੀ ਨਾਲੇ ਹੀ ਡਾ ਕੇ ਲੈ ਜਾਂਦੀ ਹੈ। ਇਹ ਬਾਬਾ ਦਾਤੂ ਜੀ ਆਪ ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਹੈ, ਉਹ ਦੱਸਦੇ ਆ ਗੁਰੂ ਅਰਜਨ ਦੇਵ ਮਹਾਰਾਜ ਨੂੰ, ਮਹਾਰਾਜ ਮੈਂ ਗੁਰੂ ਕਾ ਧਨ ਤਾਂ ਚੋਰੀ ਕਰਕੇ ਲੈ ਆਇਆ, ਪਰ ਮਹਾਰਾਜ ਉਸ ਧਨ ਦੇ ਕਾਰਨ ਨਾਲੇ ਮੇਰੀ ਜਾਨ ਵੀ ਚੱਲੀ ਸੀ, ਤੇ ਸਤਿਗੁਰੂ ਜੀ ਮੇਰੀ ਬਹੁਤ ਬੇਪਤੀ ਹੋਈ, ਪੱਗ ਵੀ ਉਤਾਰ ਦਿੱਤੀ, ਗਹਿਣੇ ਵੀ ਲਾਹ ਲਏ, ਬੇਪੜਦ ਮੈਨੂੰ ਘਰ ਵਾਪਸ ਆਉਣਾ ਪਿਆ, ਮਾਇਆ ਵੀ ਲੁੱਟ ਕੇ ਲੈ ਗਏ ਸਾਰੀ। ਚਿੰਤਾ ਸਲਿਤਾ ਚਿਤ ਬਹਿਓ। ਮੇਰੇ ਚਿੱਤ ਵਿੱਚ ਚਿੰਤਾ ਰੂਪੀ ਨਦੀ ਵਹਿ ਰਹੀ ਹੈ। ਮਨ ਸ਼ੋਕ ਸਮੇਤਾ। ਤੇ ਮਨ ਮੇਰਾ ਸੋਗ ਦੇ ਸਹਿਤ ਹੋ ਗਿਆ, ਇਹੋ ਜੀ ਮੇਰੀ ਹਾਲਤ ਹੋਈ ਸੀ। ਕਰਨ ਅਵਗਿਆ ਵੱਡਨ ਕੀ। ਇਹ ਮਹਾਰਾਜ ਹੋਣਾ ਹੀ ਸੀ। ਜਿਹੜੇ ਵੱਡੇ ਆ ਨਾ ਸਤਿਗੁਰੂ ਜਾਂ ਆਪ ਤੋਂ ਵੱਡਿਆਂ ਦੀ ਜਦੋਂ ਅਵਗਿਆ ਕਰੀਏ, ਬੇਪਤੀ ਬੇਇੱਜ਼ਤੀ ਕਰੀਏ, ਕੈਸੇ ਸੁਖ ਪਾਵੈ। ਤੇ ਜਿਹੜਾ ਵੱਡਿਆਂ ਦੀ ਬੇਪਤੀ ਕਰਦਾ ਹੈ, ਸਤਿਗੁਰਾਂ ਨਾਲ ਧੋਖਾ ਕਰਦਾ ਹੈ, ਮਹਾਰਾਜ ਸਤਿਗੁਰੂ ਜੀ ਦੱਸੋ ਭਲਾ ਕਿਵੇਂ ਸੁਖ ਪਾ ਸਕਦਾ ਹੈ? ਨਹੀਂ ਉਹਨੂੰ ਸੰਸਾਰ ਤੇ ਸੁਖ ਮਿਲ ਸਕਦਾ।
ਕਟਹਿ ਤਰੋਵਰ ਕੋ ਜਬੈ ਜਿਵੇਂ ਫਰਜ਼ ਕਰੋ ਕੋਈ ਰੁੱਖ ਨੂੰ ਵੱਢ ਦੇਵੇ ਤਾਂ ਪੁਨ ਫਲ ਕਿਮ ਤੇ ਖਾਵੈ ਉਹਨੂੰ ਫਲ ਕਿੱਥੋਂ ਮਿਲਣਗੇ? ਜਿਹੜੇ ਰੁੱਖ ਤੋਂ ਫਲ ਮਿਲਣੇ ਜੇ ਉਹ ਵੱਢ ਦੇਵੇਗਾ ਤੇ ਉਹਨੂੰ ਫਲ ਕਿਵੇਂ ਮਿਲ ਸਕਦਾ ਕੋਈ? ਤੋ ਰਹਿ ਤਰੀ ਜੋ ਤੋਏ ਮਹਿ ਜਿਹੜੀ ਬੇੜੀ ਤੇ ਕੋਈ ਚੜਿਆ ਹੋਵੇ ਉਹ ਤਲਾਅ ਦੇ ਵਿੱਚ ਕਰ ਜਾ ਕੇ ਤੇ ਬੇੜੀ ਨੂੰ ਭੰਨਣ ਲੱਗ ਪਵੇ, ਤੋੜ ਦੇਵੇ ਕਿਸੇ ਵਸਤੂ ਨਾਲ। ਕਿਮਤ ਰਹਿ ਸੁਖਾਰੋ ਦੱਸੋ ਮਹਾਰਾਜ ਜੀ, ਭਲਾ ਤਰ ਜਾਵੇਗਾ ਵੀ ਜਿਹੜੀ ਬੇੜੀ ਤੇ ਚੜਿਆ ਹੈ, ਜੇ ਕੋਈ ਉਸੇ ਬੇੜੀ ਨੂੰ ਵੱਢਣ ਲੱਗ ਪਵੇ, ਉੱਥੇ ਜਾ ਕੇ ਤੋੜਨ ਲੱਗ ਪਏ ਵਿੱਚ ਦਰਿਆ ਦੇ, ਤੇ ਡੁੱਬੇਗਾ ਹੀ। ਇਸੇ ਤਰ੍ਹਾਂ ਮਹਾਰਾਜ ਜੀ ਗੁਰੂ ਤਾਂ ਪਾਰ ਲਾਉਂਦਾ ਤੇ ਮੇਰੇ ਵਰਗੇ ਮਹਾਰਾਜ ਜੀ ਗੁਰੂ ਕੇ ਘਰ ਨੂੰ ਹੀ ਸੰਨ ਲਾਉਣ ਲੱਗ ਪਏ, ਤੇ ਫਿਰ ਕਲਿਆਣ ਕਿਹਨੇ ਕਰਨੀ ਸੀ? ਬੇੜੀ ਤੇ ਚੜਿਆ ਉਸੇ ਬੇੜੀ ਨੂੰ ਵੱਢੇਗਾ ਤੇ ਡੁੱਬੇਗਾ ਹੀ। ਗੁਰੂ ਤੋਂ ਬਖਸ਼ਾਉਣ ਦੀ ਖਾਤਰ ਮਹਾਰਾਜ ਜੇ ਗੁਰੂ ਕੇ ਘਰ ਨੂੰ ਸੰਨ ਲਾਇਆ ਮੇਰੇ ਵਰਗੇ ਨੇ, ਜੇ ਗੁਰੂ ਕੇ ਘਰ ਚੋਂ ਮਾਇਆ ਚੋਰੀ ਕੀਤੀ ਤੇ ਫਿਰ ਸੁੱਖ ਕਿੱਥੋਂ ਮਿਲਣਾ ਸੀ? ਚੋਰ ਤੇ ਪੈਣਾ ਹੀ ਸੀ, ਦੁੱਖ ਤਾਂ ਮੈਨੂੰ ਮਿਲਣਾ ਚਾਹੀਦਾ ਸੀ ਜੋ ਮਿਲ ਗਿਆ। ਸਦਨ ਢਾਹੇ ਵਣ ਬਸਨ ਚਹੈ ਜੇ ਕੋਈ ਆਪਦਾ ਘਰ ਢਾਹ ਕੇ ਆਖੇ ਹੁਣ ਮੈਂ ਇੱਥੇ ਵਸ ਜਾਵਾਂਗਾ, ਕਿਵੇਂ ਵਸੇਗਾ? ਮਤ ਮੰਦ ਗਵਾਰੋ ਉਹਦਾ ਭੈੜੀ ਮਤ ਵਾਲਾ ਮੂਰਖ ਸਾਰਿਆਂ ਵਿੱਚ ਗਿਣਿਆ ਜਾਵੇਗਾ। ਇਮ ਚਿਤਵਤ ਚਿੰਤਾ ਮਹਾ ਤੋ ਸਤਿਗੁਰੂ ਜੀ, ਇਸ ਤਰ੍ਹਾਂ ਧਨ ਸਾਰਾ ਖੋਇਆ ਗਿਆ ਤੇ ਮੇਰੇ ਮਨ ਵਿੱਚ ਬੜੀ ਚਿਤਵਨੀ ਦੁੱਖ ਲੱਗਾ ਹੋਇਆ ਸੀ। ਸਭ ਪੁਸਤ ਗਵਾਏ ਤੇ ਸਾਰੀਆਂ ਵਸਤੂਆਂ ਮੈਂ ਗਵਾ ਲਈਆਂ, ਜਿਹੜਾ ਧਨ ਲੈ ਕੇ ਆਇਆ ਸੀ ਉਹ ਵੀ ਗਵਾ ਲਿਆ, ਉਲਟਾ ਆਪਦੇ ਵੀ ਕੱਪੜੇ ਵੀ ਉਹਨਾਂ ਨੇ ਲਾਹ ਲਏ, ਪੱਗ ਵੀ ਖੋਹ ਲਈ ਤੇ ਕੈਂਠੇ ਛਾਪਾਂ ਛੱਲੇ ਕੜੇ ਵੀ ਲਾਹ ਲਏ। ਇਹੋ ਜੀ ਹਾਲਤ ਕੀਤੀ, ਨਾਲੇ ਕੁੱਟਿਆ ਮਾਰਿਆ। ਬਹੁਤ ਬਿਸੂਰਤ ਬੈਠ ਕਰ ਤੇ ਮੈਂ ਉਥੋਂ ਮਹਾਰਾਜ ਜੀ ਆ ਕੇ ਨਾ ਰਸਤੇ ਫਿਰ ਆਪਣੇ ਘਰ ਖਡੂਰ ਸਾਹਿਬ ਆਏ। ਇੱਥੇ ਆ ਕੇ ਮੈਂ ਫਿਰ ਬੜਾ ਝੁਰਦਾ ਰਿਹਾ, ਉਸ ਵੇਲੇ ਨੂੰ ਦੁਖੀ ਹੁੰਦਾ ਰਿਹਾ। ਨਹਿ ਕਿਸੂ ਬਿਤਾਏ ਤੇ ਸ਼ਰਮ ਦੇ ਮਾਰੇ ਨੇ ਮੈਂ ਬਾਹਰ ਦੱਸਿਆ ਵੀ ਨਾ ਵੀ ਗੁਰੂ ਅਮਰਦਾਸ ਮਹਾਰਾਜ ਦੇ ਘਰੋਂ ਮਾਇਆ ਲੈ ਕੇ ਜਿਹੜੀ ਆਂਦੀ ਸੀ, ਉਹ ਮੈਨੂੰ ਰਾਹ 'ਚ ਲੁਟੇਰੇ ਪਏ, ਨਾਲੇ ਮੈਨੂੰ ਕੁੱਟਿਆ ਮਾਰਿਆ ਤੇ ਨਾਲੇ ਮੇਰੀ ਪੱਗ ਲਾਹ ਲਈ, ਨਾਲੇ ਕੱਪੜੇ ਲਾਹ ਲਏ ਤੇ ਨਾਲੇ ਕੈਂਠਾ, ਨਾਲ ਹੱਥ ਦੇ ਗਹਿਣੇ ਲਾ ਲਏ। ਵੀ ਗੁਰੂ ਅਮਰਦਾਸ ਮਹਾਰਾਜ ਦੀ ਮਾਇਆ ਤਾਂ ਮੈਨੂੰ ਪਚਣੀ ਕੀ ਸੀ, ਨਾਲੇ ਮੈਂ ਕੁੱਟ ਖਾਧੀ ਤੇ ਨਾਲੇ ਆਪਦੇ ਵੀ ਉਹ ਗਹਿਣੇ ਗੱਟੇ ਖੁਆ ਲਏ। ਇਹੋ ਜਿਹੀ ਸ਼ਰਮਨਾਕ ਮੇਰੇ ਨਾਲ ਮਹਾਰਾਜ ਘਟਨਾ ਹੋਈ ਤੇ ਸ਼ਰਮਿੰਦੇ ਹੁੰਦੇ ਨੇ ਮੈਂ ਚੁੱਪ ਹੀ ਕਰ ਲਿਆ, ਕਿਸੇ ਨੂੰ ਕੁਝ ਦੱਸਿਆ ਨਾ। ਤਬ ਤੇ ਮੇਰੀ ਲਾਤ ਮਹਿ ਪਰ ਮਹਾਰਾਜ ਉਸ ਦਿਨ ਤੋਂ ਮੇਰੀ ਜਿਹੜੀ ਲੱਤ ਹੈ ਸਤਿਗੁਰਾਂ ਨੂੰ ਮਾਰੀ ਸੀ, ਜੋ ਹੋਏ ਪੀੜਕ ਨੇਰੀ ਉਹਦੇ ਵਿੱਚ ਪੀੜਾ ਰਹਿਣ ਲੱਗੀ, ਬਹੁਤ ਤਰਾਟਾਂ ਜੜੀਆਂ ਛਿੜਦੀਆਂ ਰਹਿੰਦੀਆਂ ਸਨ। ਅਸਥੀ ਕੋ ਚੀਰਹਿ ਮਨਹਾ ਵੀ ਇਸ ਤਰ੍ਹਾਂ ਮੈਨੂੰ ਲੱਤ ਚੋਂ ਪੀੜ ਨਿਕਲਦੀ ਸੀ ਜਿਵੇਂ ਕਿਤੇ ਕਿਸੇ ਨੇ ਮੇਰਾ ਹੱਡ ਚੀਰ ਦਿੱਤਾ ਵਿੱਚੋਂ ਦੀ। ਦੁੱਖ ਦੇਤ ਬਡੇਰੀ ਇਹ ਪੀੜਾ ਮੈਨੂੰ ਸੌਣ ਨਹੀਂ ਦਿੰਦੀ, ਮਹਾਰਾਜ ਦਿਨ ਰਾਤ ਬੜਾ ਦੁੱਖ ਦਿੰਦੀ ਹੈ। ਕਿਤਕ ਕਾਲ ਬੀਤਤ ਭਇਓ ਤੇ ਫਿਰ ਕਿੰਨਾ ਸਮਾਂ ਉਸੇ ਤਰ੍ਹਾਂ ਹੀ ਮਹਾਰਾਜ ਮੈਂ ਰੋਂਦਾ ਕਰਲਾਉਂਦਾ ਰਿਹਾ, ਪੀੜਾ ਛਿੜਿਆ ਕਰੇ ਬੜੀ ਭਾਰੀ। ਕੁਝ ਕੁ ਸਮਾਂ ਬਤੀਤ ਹੋਇਆ ਜਦੋਂ ਗੁਰ ਖੋਜਿਓ ਸਾਰੇ ਤੇ ਇਧਰ ਹੁਣ ਗੁਰੂ ਅਮਰਦਾਸ ਮਹਾਰਾਜ, ਮੈਂ ਤਾਂ ਉਹਨਾਂ ਦਾ ਸਮਾਨ ਲੁੱਟ ਕੇ ਘਰੇ ਆ ਗਿਆ, ਮੈਂ ਵੀ ਲੁੱਟਿਆ ਗਿਆ। ਸ਼ਰਮਿੰਦਾ ਹੁੰਦਾ ਮੈਂ ਘਰੇ ਹੀ ਛੁਪ ਕੇ ਬਹਿ ਗਿਆ ਮਹਾਰਾਜ ਆਪਦੇ ਇੱਥੇ ਖਡੂਰ ਸਾਹਿਬ। ਉਧਰ ਗੁਰੂ ਅਮਰਦਾਸ ਮਹਾਰਾਜ ਨੂੰ ਮੈਂ ਜੋ ਬੇਇੱਜ਼ਤੀ ਕਰਕੇ ਜਾਂ ਗਾਲਾਂ ਕੱਢ ਕੱਢ ਕੇ ਉੱਥੋਂ ਕੱਢਿਆ ਸੀ ਨਾ ਮਹਾਰਾਜ ਜੀ, ਤੇ ਗੁਰੂ ਅਮਰਦਾਸ ਮਹਾਰਾਜ ਤਾਂ ਜਾ ਕੇ ਆਪਦੇ ਪਿੰਡ ਬਾਸਰ ਕੇ ਬਹਿ ਗਏ। ਤੇ ਇਧਰ ਫਿਰ ਸੰਗਤਾਂ ਲੱਭਦੀਆਂ ਸੀ ਸਤਿਗੁਰਾਂ ਨੂੰ ਕਿੱਥੇ ਹੈ, ਤੇ ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਖਾਂ ਨੇ ਘੋੜੀ ਛੱਡ ਕੇ ਤੇ ਉੱਥੇ ਬਾਸਰ ਕੇ ਜਾ ਉਹਦਾ ਪਿੱਛਾ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਭ ਲਿਆ ਹੈ ਸੀ। ਬੁੱਢੇ ਆਦਿਕ ਸਿੱਖ ਸਭ ਜਿਹੜੇ ਸਿਆਣੇ ਸਿੱਖ ਸੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਵਰਗੇ ਹੋਰ ਵੀ ਲਿਆਏ ਤਿਸ ਬਾਰੇ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਬਾਸਰ ਕੇ ਪਿੰਡ ਤੋਂ ਮਨਾ ਕੇ ਬੇਨਤੀਆਂ ਕਰਕੇ ਫੇਰ ਲਿਆ ਕੇ ਗੋਇੰਦਵਾਲ ਸਾਹਿਬ ਬਿਠਾ ਦਿੱਤਾ। ਤਿਸੀ ਰੀਤ ਬੈਠੇ ਬਾਹਰ ਤੇ ਪਹਿਲਾਂ ਵਾਂਗੂ ਮਹਾਰਾਜ ਫੇਰ ਸਿੰਘਾਸਣ ਤੇ ਬਿਰਾਜਮਾਨ ਹੋਏ। ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਭੇਟਾਵਾਂ ਧਰਦੀਆਂ, ਅਰਦਾਸਾਂ ਬੇਨਤੀਆਂ ਕਰਦੀਆਂ। ਫੇਰ ਉਸੇ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਵਿੱਚ ਰੌਣਕਾਂ ਪੈ ਗਈਆਂ। ਬਰ ਗੁਰਤਾ ਗਾਦੀ ਸ਼੍ਰੇਸ਼ਟ ਗੁਰਤਾ ਸਿੰਘਾਸਣ ਤੇ ਸਤਿਗੁਰੂ ਫੇਰ
ਸੁਭਾਏਮਾਨ ਹੋ ਗਏ ਸੰਗਤਾਂ ਦੀ ਬੇਨਤੀ ਮੰਨ ਕੇ। ਮਿਲ ਸਭ ਹਿਨ ਬਹ ਭਾਂਤ ਕੀ। ਸਾਰਿਆਂ ਸਿੱਖਾਂ ਨੇ ਮਹਾਰਾਜ ਦੇ ਇੱਥੇ ਗੋਇੰਦਵਾਲ ਸਾਹਿਬ ਆਉਣ ਤੇ ਤਰ੍ਹਾਂ ਤਰ੍ਹਾਂ ਦੀਆਂ ਕੀਨੀ ਸ਼ੁਭ ਸ਼ਾਦੀ। ਬੜੀਆਂ ਖੁਸ਼ੀਆਂ ਮਨਾਈਆਂ ਵੀ ਮਹਾਰਾਜ ਫਿਰ ਸਾਨੂੰ ਤਾਰਨ ਵਾਸਤੇ ਗੋਇੰਦਵਾਲ ਆ ਗਏ ਆ। ਜਦ ਪਲਾਤ ਮਹਿ ਪੀਰ ਬਹਾ। ਇਧਰ ਮਹਾਰਾਜ ਮੈਂ ਖਡੂਰ ਸਾਹਿਬ ਵਿੱਚ ਲੁਕ ਕੇ ਰਹਿਣ ਲੱਗਾ, ਭਾਵੇਂ ਕਿ ਮੇਰੇ ਪੈਰ ਵਿੱਚ ਬਹੁਤ ਪੀੜਾ ਵੀ ਛਿੜਦੀ ਹੈ ਸੀ ਅਤਿਸ਼ੈ ਦੁਖ ਪਾਉ। ਤੇ ਬੜਾ ਮੈਂ ਦੁੱਖ ਪਾਉਂਦਾ ਸੀ, ਤਰਾਟਾਂ ਛਿੜਦੀਆਂ। ਮਹਾਰਾਜ ਬਹੁਤ ਦੁਖੀ ਹੁੰਦਾ ਰਿਹਾ ਬੜੇ ਸਾਲ। ਲਾਜ ਭਾਰ ਤੇ ਦਬ ਰਹਿਓ। ਤੇ ਹੁਣ ਸ਼ਰਮ ਦਾ ਮਾਰਾ ਮੈਨੂੰ ਇਹ ਤਾਂ ਪਤਾ ਸੀ ਮਹਾਰਾਜ ਵੀ ਮੇਰੀ ਲੱਤ ਦੀ ਪੀੜਾ, ਮੈਂ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਮੇਰੀ ਤਾਂ ਆਹ ਹਾਲਤ ਹੋਈ ਹੈ। ਤੇ ਮੈਨੂੰ ਇਹ ਵੀ ਪਤਾ ਸੀ ਮਹਾਰਾਜ ਵੀ ਜੇ ਮੈਂ ਬਖਸ਼ਾਉਣੀ ਹੋਵੇ ਤੇ ਗੁਰੂ ਅਮਰਦਾਸ ਹੀ ਬਖਸ਼ ਸਕਦੇ ਆ। ਪਰ ਮਹਾਰਾਜ ਫਿਰ ਜਦੋਂ ਪਾਪ ਵੱਡਾ ਕਰ ਲਈਏ ਫਿਰ ਹੁਣ ਮੈਂ ਕੀ ਮੂੰਹ ਲੈ ਕੇ ਜਾਂਦਾ ਗੋਇੰਦਵਾਲ ਸਾਹਿਬ। ਮੈਂ ਸ਼ਰਮ ਦਾ ਮਾਰਾ ਸਤਿਗੁਰੂ ਘਰ 'ਚ ਹੀ ਲੁਕ ਕੇ ਬਹਿ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਦੇ ਮੱਥੇ ਨਾ ਲੱਗਿਆ। ਨਹਿ ਨਿਕਟ ਸਿਧਾਉ। ਮੈਂ ਸੋਚਿਆ ਮਨਾ ਵੀ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਮੱਥੇ ਕਿਵੇਂ ਲੱਗਾਂਗਾ ਮੈਂ, ਸਤਿਗੁਰਾਂ ਦੇ ਸੰਗਤ ਕੀ ਆਖੇਗੀ। ਸ਼ਰਮ ਦਾ ਮਾਰਾ ਸਤਿਗੁਰੂ ਜੀ ਮੈਂ ਹਜ਼ੂਰ ਗੁਰੂ ਅਮਰਦਾਸ ਪਾਤਸ਼ਾਹ ਦੇ ਲਾਗੇ ਨਾ ਗਿਆ ਗੋਇੰਦਵਾਲ ਬਖਸ਼ਾਉਣ ਵਾਸਤੇ। ਕਰਨ ਖੁਟਾਈ ਦੁਖ ਲਹੈ। ਮੈਂ ਜਾਣਿਆ ਵੀ ਇਹ ਤਾਂ ਮਣਾ ਤੇਰੇ ਕੀਤੇ ਹੋਏ ਔਗਣਾਂ ਦਾ, ਮਹਾਰਾਜ ਨੂੰ ਮਾਰੀ ਹੋਈ ਲੱਤ ਦਾ ਹੁਣ ਤੂੰ ਦੁੱਖ ਲੈਣਾ, ਫਲ ਮਿਲ ਰਿਹਾ ਹੈ। ਜਗ ਬਿਖੈ ਲਜਾਵਹਿ। ਤੇ ਸੰਸਾਰ ਦੇ ਵਿੱਚ ਮਹਾਰਾਜ ਮੇਰੀ ਬੜੀ ਬੇਪਤੀ ਹੋ ਰਹੀ, ਮੈਂ ਬਹੁਤ ਸ਼ਰਮਸਾਰ ਹੁੰਦਾ ਰਿਹਾ। ਮਹਾਂਪੁਰਖ ਕੇ ਤੀਰ ਪੁਨ। ਵੀ ਧੰਨ ਗੁਰੂ ਅਮਰਦਾਸ ਮਹਾਰਾਜ ਵਰਗੇ ਮਹਾਂਪੁਰਖਾਂ ਦੇ ਹੁਣ ਲਾਗੇ ਜਾ ਕਰਕੇ ਕਿਮ ਨਹੀਂ ਸਿਧਾਵਹਿ। ਮੈਂ ਕੀ ਮੂੰਹ ਲੈ ਕੇ ਜਾਵਾਂ। ਮਹਾਰਾਜ ਤਾਂ ਬਖਸ਼ ਦੇਣਗੇ ਪਰ ਸਤਿਗੁਰਾਂ ਨੂੰ ਉਹ ਲੱਤ ਮਾਰੀ ਦਾ ਕਿਵੇਂ ਭੁੱਲ ਬਖਸ਼ਾਵਾਂ, ਸੰਗਤਾਂ ਦੇ ਸਾਹਮਣੇ ਕਿਵੇਂ ਜਾਵਾਂਗਾ। ਇਸ ਲਈ ਮਹਾਰਾਜ ਮੈਂ ਕਿਸੇ ਤਰ੍ਹਾਂ ਵੀ ਦੁਖੀ ਬਹੁਤ ਹੋਇਆ, ਮੈਂ ਬੜੀ ਪੀੜਾ ਸਹੀ ਲੱਤ ਦੀ, ਪਰ ਮੈਂ ਸ਼ਰਮਿੰਦਾ ਹੋਇਆ, ਗੁਰੂ ਅਮਰਦਾਸ ਮਹਾਰਾਜ ਤੋਂ ਬਖਸ਼ਾ ਵੀ ਨਾ ਸਕਿਆ। ਆਪਦੇ ਔਗਣਾਂ ਨੂੰ ਵੱਡਾ ਜਾਣਿਆ ਮੈਂ। ਚਿਰੰਕਾਲ ਪੀਰਾ ਸਹੀ। ਕਈ ਸਾਲ ਫਿਰ ਮੈਂ ਉਸੇ ਤਰ੍ਹਾਂ ਹੀ ਲੱਤ ਦੀ ਦਰਦ ਸਹਿੰਦਾ ਰਿਹਾ। ਗੁਰੂ ਅਮਰਦਾਸ ਮਹਾਰਾਜ ਖਾਲਸਾ ਜੀ ਤਕਰੀਬਨ ਕੋਈ 20-22 ਵਰੇ 22 ਕੁ ਵਰੇ ਰਹੇ ਆ ਸਿੰਘਾਸਣ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ। ਗਰੀਬ ਨਵਾਜ ਸਤਿਗੁਰਾਂ ਦੇ ਇੰਨੇ ਸਾਲ ਰਹਿੰਦਿਆਂ ਤੱਕ, ਕਿਉਂਕਿ ਮਹਾਰਾਜ ਦੇ ਸਿੰਘਾਸਣ ਤੇ ਬਹਿਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਦਾਤੂ ਨੇ ਮਹਾਰਾਜ ਨੂੰ ਲੱਤ ਮਾਰੀ ਸੀ। ਤੇ ਕਿੰਨੇ ਵਰੇ, ਤਕਰੀਬਨ 15-18 ਵਰੇ ਬਾਬਾ ਦਾਤੂ ਜੀ ਕਹਿੰਦੇ ਅਸੀਂ ਉਸੇ ਤਰ੍ਹਾਂ ਹੀ ਦੁਖੀ ਹੁੰਦੇ ਰਹੇ, ਭੁੱਲ ਨਾ ਬਖਸ਼ਾਈ ਮਹਾਰਾਜ ਤੋਂ ਤੇ ਲੱਤ ਦੀ ਪੀੜਾ ਦੇ ਨਾਲ ਦੁਖੀ ਹੁੰਦੇ ਰਹੇ ਸਾਂ। ਪਰ ਗਇਓ ਨਾ ਪਾਸੂ। ਪਰ ਅਸੀਂ ਮਹਾਰਾਜ ਦੇ ਸਨਮੁਖ ਨਹੀਂ ਹੋਏ ਸ਼ਰਮ ਦੇ ਮਾਰੇ। ਚੱਲਣ ਲੱਗੇ ਸ਼੍ਰੀ ਅਮਰ ਜਬ। ਇਧਰ ਜਦੋਂ ਸਾਨੂੰ ਪਤਾ ਲੱਗਿਆ ਵੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਕੁੰਠ ਆਵਾਸੂ। ਬੈਕੁੰਠ ਕਹੀਏ ਸੱਚਖੰਡ ਨੂੰ ਚਾਲਾ ਮਾਰਨ ਲੱਗੇ। ਸਾਨੂੰ ਕਿਸੇ ਦੱਸਿਆ ਵੀ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਜਾਣ ਦਾ ਤਿਆਰਾ ਕਰ ਰਹੇ ਹਨ। ਹੋਏ ਨਿਲਾਜ ਦੁੱਖ ਵੱਡੇ ਤੇ। ਫਿਰ ਅਸੀਂ ਨਿਲੱਜ ਹੋ ਕੇ ਬੇਸ਼ਰਮ ਹੋ ਕਰਕੇ ਨਾ, ਕਿਉਂਕਿ ਦੁੱਖ ਬੜਾ ਵੱਡਾ ਸੀ, ਸਿਆ ਨਹੀਂ ਜਾਂਦਾ ਮਨਾ। ਜੇ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਚਲੇ ਗਏ ਤੇ ਜਿਹੜੀ ਰਹਿੰਦੀ ਉਮਰ ਬੁੱਢਾ ਸਰੀਰ ਆ ਕਿ ਇਸ ਤਰ੍ਹਾਂ ਹੀ ਦੁੱਖ 'ਚ ਗੁਜ਼ਾਰਾਂਗੇ। ਤੇ ਫਿਰ ਸਤਿਗੁਰੂ ਜੀ ਅਸੀਂ ਬੇਸ਼ਰਮ ਜੇ ਹੋ ਕੇ ਮਹਾਰਾਜ ਵੱਲ ਜਾਣ ਵਾਸਤੇ ਮਨ ਬਣਾ ਲਿਆ। ਮੈਂ ਨਿਕਟ ਸਿਧਾਰਾ। ਤੇ ਖਡੂਰ ਸਾਹਿਬ ਤੋਂ ਚੱਲ ਕੇ ਆਪਦੀ ਭੁੱਲ ਬਖਸ਼ਾਉਣ ਵਾਸਤੇ ਗੋਇੰਦਵਾਲ ਪਹੁੰਚ ਗਏ। ਖਰੋ ਅਗਾਰੀ ਹੋਏ ਕਰ। ਜਾ ਕੇ ਸਭ ਸੰਗਤਾਂ ਦੇ ਵਿਚਕਾਰ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਅੱਗੇ ਹੱਥ ਜੋੜੇ ਐ। ਕਰ ਜੋਰ ਉਚਾਰਾ। ਤੇ ਬੇਨਤੀ ਕੀਤੀ ਹੱਥ ਜੋੜ ਕੇ ਸਤਿਗੁਰਾਂ ਨੂੰ। ਅਪਰਾਧੀ ਮੈਂ ਆਪ ਕੋ। ਆਖਿਆ ਹੈ ਧੰਨ ਗੁਰੂ ਅਮਰਦਾਸ ਮਹਾਰਾਜ, ਮਹਾਰਾਜ ਮੈਂ ਤੁਹਾਨੂੰ ਲੱਤ ਮਾਰੀ ਸੀ ਕਿਸੇ ਸਮੇਂ ਸੱਚੇ ਪਾਤਸ਼ਾਹ। ਮਹਾਰਾਜ ਮੈਂ ਤੁਹਾਡੇ ਘਰ ਦਾ ਅਪਰਾਧੀ ਹਾਂ, ਪਾਪੀ ਹਾਂ ਮਹਾਰਾਜ, ਗੁਨਹਗਾਰ ਹਾਂ। ਅਬ ਚੱਲ ਕਰ ਆਵਾ। ਤੇ ਮਹਾਰਾਜ ਤੁਹਾਡਾ ਅਪਰਾਧੀ ਅੱਜ ਤੁਹਾਡੀ ਕਚਹਿਰੀ ਵਿੱਚ ਸਾਹਮਣੇ ਚੱਲ ਕੇ ਆਇਆ ਹੈ। ਛਮੋ ਅਵਗਿਆ ਕਰੀ ਜੋ। ਸੱਚੇ ਪਾਤਸ਼ਾਹ ਜਿਹੜੀ ਭੁੱਲ ਹੋ ਗਈ, ਤੁਹਾਡੀ ਬੇਪਤੀ ਕੀਤੀ ਮਹਾਰਾਜ, ਲੱਤ ਮਾਰੀ, ਤੁਹਾਡਾ ਨਿਰਾਦਰ ਕੀਤਾ,
ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਦਿਓ। ਮਹਾਪੁਰਖ ਔਰ ਬੈਰ ਇਮ ਕਿਉਂਕਿ ਸਤਿਗੁਰੂ ਜੀ ਜਿਹੜੇ ਮਹਾਪੁਰਖ ਹੁੰਦੇ ਇਹ ਗੁਰੂ ਅਮਰਦਾਸ ਜੀ ਆਪ ਵਰਗੇ, ਉਹਨਾਂ ਦਾ ਜਿਹੜਾ ਵੈਰ ਹੁੰਦਾ ਕਿਸੇ ਦੇ ਨਾਲ ਜਿਉ ਨੀਰ ਲਕੀਰਾ ਪਾਣੀ ਤੇ ਲਕੀਰ ਵਰਗਾ ਹੁੰਦਾ, ਵੀ ਪਾਣੀ ਤੇ ਲਕੀਰ ਕੱਢੀ ਬਸ ਦਿਸਦੀ ਨਹੀਂ ਨਾ, ਮਿਟ ਜਾਂਦੀ ਹੈ। ਮਹਾਰਾਜ ਤੁਹਾਡਾ ਕਿਸੇ ਨਾਲ ਕੀ ਵੈਰ ਹੋ ਸਕਦਾ? ਅਸੀਂ ਪਾਪੀ ਹਾਂ ਮਹਾਰਾਜ, ਤੁਸੀਂ ਬਖਸ਼ਣ ਵਾਲੇ। ਤੁਹਾਡਾ ਤਾਂ ਵੈਰ ਮਹਾਰਾਜ ਬਸ ਇੰਨੇ ਚਿਰ ਦਾ ਹੀ ਆ ਜਿੰਨਾ ਸਮਾਂ ਪਾਣੀ ਤੇ ਲਕੀਰ। ਪਾਹਣ ਰੇਖਾ ਪ੍ਰੀਤ ਦ੍ਰਿੜ ਪਰ ਤੁਹਾਡਾ ਪ੍ਰੇਮ ਲੰਮਾ ਹੁੰਦਾ ਹੈ, ਵੈਰ ਤੁਹਾਡਾ ਥੋੜਾ ਤੇ ਪ੍ਰੇਮ ਇੰਨਾ ਲੰਮਾ ਜਿਵੇਂ ਪੱਥਰ ਤੇ ਲਕੀਰਾਂ ਹੁੰਦੀ ਹੈ। ਆਸ ਭਾਖੈ ਧੀਰਾ ਧੀਰਜ ਵਾਲੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਵੀ ਸਤਿਗੁਰਾਂ ਦਾ ਵੈਰ ਤਾਂ ਪਾਣੀ ਤੇ ਲਕੀਰ ਵਰਗਾ ਹੈ ਤੇ ਪ੍ਰੇਮ ਪੱਥਰ ਤੇ ਲਕੀਰ ਵਰਗਾ ਪੱਕਾ ਹੈ। ਮਦ ਮਤੀ ਮੈਂ ਸ਼ਰਨ ਹਾਂ ਮਹਾਰਾਜ ਮੈਂ ਮਾੜੀ ਮੱਤ ਵਾਲਾ ਦਾਤੂ ਤੁਹਾਡੀ ਸ਼ਰਨ ਵਿੱਚ ਪੈਂਦਾ ਹਾਂ। ਤੁਮ ਦੀਨ ਦਿਆਲਾ ਤੁਸੀਂ ਦੀਨਾਂ ਨਿਮਾਣਿਆਂ ਤੇ ਦਇਆ ਕਰਨ ਵਾਲੇ ਸਤਿਗੁਰੂ ਹੋ। ਇਮ ਬੇਨਤੀ ਸੁਨ ਸ਼੍ਰੀ ਗੁਰੂ ਤੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਇਸ ਤਰ੍ਹਾਂ ਫਿਰ ਬੇਨਤੀਆਂ ਕੀਤੀਆਂ ਬਖਸ਼ਾਉਣ ਵਾਸਤੇ। ਸਾਡੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਹੋ ਬੋਲੇ ਤਿਸ ਕਾਲਾ ਗਰੀਬ ਨਵਾਜ ਬੋਲੇ ਐ ਸਾਡੇ ਸਨਮੁਖ ਹੋ ਕਰਕੇ। ਹੋਵਹਿ ਸ਼੍ਰੀ ਗੁਰੂ ਰਾਮਦਾਸ ਆਖਿਆ ਹੈ ਬਾਬਾ ਦਾਤੂ ਜੀ, ਹੁਣ ਅਸੀਂ ਤਾਂ ਨਹੀਂ ਬਖਸ਼ ਸਕਦੇ ਤੁਹਾਨੂੰ, ਕਿਉਂਕਿ ਅਸੀਂ ਤਾਂ ਹੁਣ ਬੈਕੁੰਠ ਸੱਚਖੰਡ ਜਾਣ ਦਾ ਤਿਆਰਾ ਕਰ ਲਿਆ, ਪਰ ਤੁਸੀਂ ਬਖਸ਼ੇ ਜਾਓਗੇ। ਅਸੀਂ ਪੁੱਛਿਆ ਮਹਾਰਾਜ ਅਸੀਂ ਕਦੋਂ ਬਖਸ਼ੇ ਜਾਵਾਂਗੇ? ਤੋ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਕਿ ਸਾਥੋਂ ਬਾਅਦ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਿੰਘਾਸਣ ਤੇ ਬੈਠਣਗੇ। ਸੋਢੀ ਕੁਲ ਟੀਕਾ ਜਿਹੜੇ ਸੋਢੀਆਂ ਦੀ ਕੁਲ ਦੇ ਟਿੱਕਾ ਸਰੂਪ ਸ਼੍ਰੋਮਣੀ ਸੁਭਾਏਮਾਨ ਸ਼੍ਰੀ ਅਰਜਨ ਸੁਤ ਤਿਨਹਾ ਕੋ ਤੇ ਉਹਨਾਂ ਦੇ ਸਾਹਿਬਜ਼ਾਦੇ ਹੋਣਗੇ ਅੱਗੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ। ਗੁਣ ਗਨ ਤੇ ਨੀਕਾ ਸਾਰੇ ਗੁਣਾ ਕਰਕੇ ਬੜੇ ਸੁੰਦਰ ਸੁਭਾਏਮਾਨ ਚੰਗੇ ਸ੍ਰੇਸ਼ਟ ਸੁਭਾਅ ਵਾਲੇ। ਸੋਖ ਡੂਰ ਪਰ ਵਿਸ਼ਹਿ ਜਬਹਿ ਤੇ ਹੇ ਬਾਬਾ ਦਾਤੂ ਜੀ, ਕੋਈ ਸਮਾਂ ਆਵੇਗਾ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਆਪ ਚੱਲ ਕੇ ਤੁਹਾਡੇ ਖਡੂਰ ਸਾਹਿਬ ਆਉਣਗੇ। ਹੋਵਹਿ ਤੁਮ ਮੇਲਾ ਉਦੋਂ ਤੁਹਾਡਾ ਮਿਲਾਪ ਹੋਵੇਗਾ। ਫਿਰ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਸਾਥੋਂ ਤੀਜੇ ਥਾਵੇਂ ਤੁਹਾਡਾ ਮਿਲਾਪ ਹੋਵੇਗਾ ਕਿਸੇ ਸਮੇਂ ਖਡੂਰ ਸਾਹਿਬ। ਚਰਨ ਦੁਹੇਲਾ ਦੇਖ ਕੈ ਤੇ ਤੁਹਾਡਾ ਦੁਹੇਲਾ ਦੁਖਦਾ ਹੋਇਆ ਚਰਨ, ਤੁਹਾਡੀ ਪੀੜਾ, ਤੁਹਾਡੀ ਲੱਤ ਦੀ ਦਰਦ ਵੇਖ ਕੇ ਸੋ ਕਰਹਿ ਸੁਹੇਲਾ ਤੁਹਾਨੂੰ ਸੌਖਿਆਂ ਕਰ ਦੇਣਗੇ। ਉਹ ਤੁਹਾਡੇ ਤੇ ਮਿਹਰ ਕਰਨਗੇ, ਤੁਹਾਡਾ ਉਗਣ ਬਖਸ਼ ਕੇ ਤੁਹਾਡਾ ਦੁੱਖ ਕੱਟ ਦੇਵਣਗੇ। ਸੁਣ ਕੈ ਤਿਨ ਤੇ ਆਏ ਘਰ ਤੋਹੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਇਹ ਵਾਕ ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਆਖੇ ਸੀ। ਉਹਨਾਂ ਦਾ ਹੁਕਮ ਲੈ ਕੇ ਇਹੋ ਜਿਹੇ ਬਚਨ ਸੁਣ ਕੇ ਤੇ ਮੈਂ ਇੱਥੇ ਖਡੂਰ ਸਾਹਿਬ ਆ ਗਿਆ ਘਰ ਆਪਣੇ। ਨਿਤ ਕਰਤ ਉਡੀਕਾ ਉਸ ਤੋਂ ਬਾਅਦ ਮੈਂ ਬੜਾ ਸਮਾਂ ਤੋਂ ਲੈ ਕੇ ਰੋਜ਼ ਤੁਹਾਡੇ ਆਉਣ ਦੀ ਉਡੀਕ ਕਰਦਾ ਰਹਿਆ ਕਬ ਦਰਸ਼ਨ ਨਿਜ ਦੇਹੇਂਗੇ ਕਿ ਕਦੇ ਨਾ ਕਦੇ ਤਾਂ ਆਉਣਗੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ, ਆ ਕੇ ਸਾਨੂੰ ਦਰਸ਼ਨ ਬਖਸ਼ਣਗੇ। ਕਰ ਹੈ ਪਦ ਨੀਕਾ ਤੇ ਸਾਡਾ ਚਰਨ ਠੀਕ ਕਰ ਦੇਣਗੇ, ਸਾਨੂੰ ਇਸ ਦੁੱਖ ਤੋਂ ਨਿਜਾਤ ਦਿਵਾ ਦੇਣਗੇ। ਆਣ ਕਿਰਤਾਰਥ ਅਬ ਕੀਓ ਤੋ ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਆ ਗਏ, ਉਹ ਸਮਾਂ ਸੁਭਾਗਾ ਆ ਗਿਆ ਮਹਾਰਾਜ ਜਿਹਦਾ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਦੱਸਿਆ ਸੀ, ਤੇ ਆਪ ਇਸ ਸਥਾਨ ਤੇ ਵਿਰਾਜਮਾਨ ਹੋਏ ਹੋ, ਖਡੂਰ ਸਾਹਿਬ ਆਏ ਹੋ। ਕਾਟਾ ਮਮ ਪੀਰਾ ਕਿਰਪਾ ਕਰੋ ਮਹਾਰਾਜ ਸਾਡੀ ਪੀੜਾ ਕੱਟੋ। ਜਿਹੜਾ ਅਸੀਂ ਔਗਣਾ ਕੀਤਾ ਨਾ, ਔਗਣ ਕੀਤਾ ਗੁਰੂ ਅਮਰਦਾਸ ਮਹਾਰਾਜ ਨੂੰ ਨਿਰਾਦਰ ਕਰਨ ਵਾਲਾ ਸਤਿਗੁਰਾਂ ਦਾ, ਕਿਰਪਾ ਕਰਕੇ ਉਹ ਤੇ ਸਾਡੇ ਲੱਤ ਦੀ ਜਿਹੜੀ ਪੀੜਾ ਬਹੁਤ ਪੈਂਦੀ ਹੈ, ਕਿਰਪਾ ਕਰਕੇ ਹੁਣ ਕੱਟ ਦਿਓ ਮਹਾਰਾਜ। ਬੜਾ ਸਮਾਂ ਹੋ ਗਿਆ ਦੁੱਖ ਭੋਗਦਿਆਂ ਨੂੰ। ਸ਼੍ਰੀ ਨਾਨਕ ਅੰਗਦ ਅਮਰ ਕਿਉਂਕਿ ਆਪ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਹੋ, ਆਪ ਜੀ ਗੁਰੂ ਅੰਗਦ ਸਰੂਪ ਹੋ, ਧੰਨ ਗੁਰੂ ਅਮਰ ਪਾਤਸ਼ਾਹ ਦਾ ਸਰੂਪ ਹੋ। ਤੁਮ ਹੀ ਪ੍ਰਭ ਧੀਰਾ ਤੁਸੀਂ ਪਰਮੇਸ਼ਰ ਹੋ, ਬੜੇ ਧੀਰਜ ਵਾਲੇ ਹੈ ਗੁਰੂ ਅਰਜਨ ਪਾਤਸ਼ਾਹ। ਚਰਨ ਸ਼ਰਨ ਪਰਣੇ ਦੇਹੋ ਇਸ ਕਰਕੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਬਾਰੇ ਨੇ ਪੁੱਛਿਆ ਸੀ ਨਾ ਵੀ ਬਾਬਾ ਦਾਤੂ ਜੀ ਤੁਸੀਂ ਕਿਉਂ ਵਾਰ-ਵਾਰ ਕਹਿੰਦੇ ਹੋ ਅਸੀਂ ਤੁਹਾਡੇ ਚਰਨੀ ਪੈਣਾ?
ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਆਹ ਕਾਰਨ ਹੈ ਅਸੀਂ ਤੁਹਾਡੇ ਚਰਨੀ ਪੈਣਾ ਵੀ ਤੁਸੀਂ ਸਾਡਾ ਦੁੱਖ ਕੱਟ ਸਕਦੇ ਹੋ। ਸਾਨੂੰ ਇਹ ਗੱਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕਹੀ ਹੋਈ ਹੈ। ਤੋ ਗਰੀਬ ਨਵਾਜ ਇਹ ਹੁਣ ਤੁਹਾਨੂੰ ਦੱਸ ਦਿੱਤਾ ਹੈ। ਕਿਰਪਾ ਕਰੋ ਪਾਤਸ਼ਾਹ ਜੀ, ਸਾਨੂੰ ਆਪਦੇ ਚਰਨੀ ਲੱਗ ਲੈਣ ਦਿਓ ਪੁਰਹਾ ਔਰ ਆਸਾ। ਤੇ ਮਹਾਰਾਜ ਸਾਨੂੰ ਆਪਦੇ ਹਿਰਦੇ ਦੀ ਆਸਾ ਪੂਰੀ ਕਰ ਲੈਵਣ ਦੋ। ਨਹਿ ਹਟਾਵਣ ਕੀਜੀਏ। ਕਿਰਪਾ ਕਰੋ ਮਹਾਰਾਜ ਸਾਨੂੰ ਆਪਦੇ ਚਰਨ ਫੜਨ ਤੋਂ ਹੁਣ ਰੋਕੋ ਨਾ ਸਤਿਗੁਰੂ ਜੀ। ਜੈਸੇ ਨਿਜ ਦਾਸਾ। ਜਿਵੇਂ ਤੁਸੀਂ ਆਪਦੇ ਦਾਸਾਂ ਨੂੰ ਨਹੀਂ ਨਾ ਰੋਕਦੇ ਚਰਨਾਂ ਤੇ ਹੱਥ ਲਾਉਣ ਤੋਂ, ਮਹਾਰਾਜ ਸਾਨੂੰ ਵੀ ਚਰਨੀ ਪਾ ਲਵੋ। ਸ਼੍ਰੀ ਅਰਜਨ ਸੁਨ ਪੁਨ ਭਨਿਓ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਸੁਣਿਆ ਬਾਬਾ ਦਾਤੂ ਜੀ ਤੋਂ ਤੇ ਅੱਗੋਂ ਮਹਾਰਾਜ ਜੀ ਬਚਨ ਕਰਨ ਲੱਗੇ ਆ। ਜਿਮ ਚਾਹਾ ਤੁਮਾਰੀ। ਤੋ ਮਹਾਰਾਜ ਕਹਿੰਦੇ ਜੇ ਬਾਬਾ ਦਾਤੂ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਇਹ ਬਚਨ ਹੈ, ਕਰ ਲਓ ਆਪਣੀ ਮਨ ਦੀ ਇੱਛਾ ਪੂਰੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ। ਕਰਹਾ ਤਥਾ ਥਲ ਵੱਡੇ ਹੋ। ਭਾਵੇਂ ਤੁਸੀਂ ਵੱਡੇ ਥਾਂ ਤੇ ਹੋ, ਪਰ ਫਿਰ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸਾਡੇ ਚਰਨੀ ਲੱਗਣਾ, ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹੈ, ਅਸੀਂ ਮੋੜਾਂਗੇ ਨਹੀਂ ਤੁਹਾਨੂੰ। ਹਮ ਸਿੱਖ ਅਗਾਰੀ। ਕਿਉਂਕਿ ਅਸੀਂ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਹਾਂ, ਤੁਹਾਡੇ ਪਿਤਾ ਗੁਰੂ ਅੰਗਦ ਪਾਤਸ਼ਾਹ ਦੇ ਸਿੱਖ ਹਾਂ, ਸਿੱਖਾਂ ਦੇ ਸਿੱਖ ਹਾਂ। ਸਕੈ ਹਟਾਏ ਨਾ ਤੁਮ ਕ੍ਰਿਤੀ। ਇਸ ਕਰਕੇ ਤੁਹਾਡਾ ਕੀਤਾ ਜਿਹੜੀ ਕਿਰਿਆ ਤੁਸੀਂ ਕਰਨੀ ਚਰਨੀ ਹੱਥ ਲਾਉਣ ਵਾਲੀ, ਅਸੀਂ ਹਟਾਵਾਂਗੇ ਨਹੀਂ, ਇਹ ਵੀ ਤੁਹਾਡਾ ਹੁਕਮ ਸਿਰ ਮੱਥੇ ਮੰਨਾਂਗੇ। ਕਰ ਬੰਦਤ ਆਗੇ। ਲਓ ਆਪ ਕਰ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ, ਨਮਸਕਾਰ ਕਰ ਲਓ, ਟੇਕ ਲਓ ਮੱਥਾ ਚਰਨਾਂ ਤੇ। ਗੁਰ 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 ਕੇ ਪੁੱਤਰ ਸੁਭ। ਕਿਉਂਕਿ ਤੁਸੀਂ ਸਾਡੇ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਗੁਰੂ ਅਮਰਦਾਸ ਤੇ ਗੁਰੂ ਅਮਰਦਾਸ ਮਹਾਰਾਜ ਦੇ ਗੁਰੂ ਧੰਨ ਗੁਰੂ ਅੰਗਦ ਪਾਤਸ਼ਾਹ ਜੀਆਂ ਦੇ ਪੁੱਤਰ ਹੋ। ਵੱਡ ਬੁੱਧ ਸੁਭਾਗੇ। ਬੜੇ ਭਾਗਾਂ ਵਾਲੇ, ਸ਼੍ਰੇਸ਼ਟ ਬੁੱਧੀ ਵਾਲੇ। ਤਬ ਦਾਤੂ ਕਰ ਜੋਰ ਕੈ। ਤੋ ਸਾਧ ਸੰਗਤ ਜੀ ਫਿਰ ਜਦੋਂ ਮਹਾਰਾਜ ਨੇ ਆਖਿਆ ਕਿ ਚਲੋ ਪਰਸ ਲਓ ਚਰਨ ਬਾਬਾ ਦਾਤੂ ਜੀ ਜਿਵੇਂ ਤੁਹਾਡੀ ਮਰਜ਼ੀ, ਤੁਹਾਡਾ ਹੁਕਮ ਸਿਰ ਮੱਥੇ, ਤੋ ਗਰੀਬ ਨਵਾਜ ਸਤਿਗੁਰਾਂ ਤੋਂ ਇਉਂ ਸੁਣ ਕੇ ਫਿਰ ਧੰਨ ਬਾਬਾ ਦਾਤੂ ਜੀਆਂ ਨੇ ਚਰਨੀ ਲਪਟਾਇਓ। ਹੱਥ ਜੋੜ ਕੇ ਮੱਥਾ ਟੇਕਿਆ ਤੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਿਆ, ਚਰਨਾਂ ਨਾਲ ਲਪਟ ਗਏ ਐ। ਐਨ ਚਰਨ ਦੋਵੇਂ ਮਹਾਰਾਜ ਦੇ ਹੱਥਾਂ ਦੇ ਨਾਲ ਪਕੜ ਲਏ ਤੇ ਛੱਡਦੇ ਨਹੀਂ ਪਏ ਧੰਨ ਬਾਬਾ ਦਾਤੂ ਜੀ। ਸ਼੍ਰੀ ਅਰਜਨ ਕਰ ਫੇਰ ਕੈ। ਇਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਬਾਬਾ ਦਾਤੂ ਜੀ ਨੂੰ ਉਠਾਉਣ ਦੇ ਬਹਾਨੇ ਨਾਲ ਤਾਂ ਗੋਡੇ ਨੂੰ ਹੱਥ ਲਾਇਆ ਵੀ ਜਦੋਂ ਬਾਬਾ ਦਾਤੂ ਜੀ ਨੇ ਮੱਥਾ ਟੇਕਿਆ, ਇਧਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਖਸ਼ਣ ਜੂ ਆਏ ਹੋਏ ਐ ਤੇ ਗਰੀਬ ਨਵਾਜ ਮਹਾਰਾਜ ਨੇ ਬਾਬਾ ਦਾਤੂ ਜੀ ਨੂੰ ਉਠਾਉਣ ਦੇ ਬਹਾਨੇ ਨਾਲ ਇੱਕ ਹੱਥ ਤਾਂ ਮੋਢੇ ਤੇ ਰੱਖ ਲਿਆ ਤੇ ਨਾਲ ਗੋਡੇ ਨੂੰ ਹੱਥ ਲਾ ਕੇ ਉਠਾਉਣ ਦੇ ਬਹਾਨੇ ਹੱਥ ਲਾ ਦਿੱਤਾ ਹੈ, ਆਪਣਾ ਪਵਿੱਤਰ ਹਸਤ ਕਮਲ ਸੁਹਾ ਦਿੱਤਾ ਹੈ। ਦੁੱਖ ਲਾਤ ਹਟਾਇਓ। ਤੇ ਗਰੀਬ ਨਵਾਜ ਦੇ ਹੱਥ ਲਾਉਣ ਦੀ ਖਾਲਸਾ ਜੀ ਦੇਰੀ ਸੀ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚਾਉਣ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਗੋਡੇ ਨੂੰ ਹੱਥ ਲਾਉਂਦਿਆਂ ਸਾਰੀ ਇਧਰ ਧੰਨ ਧੰਨ ਬਾਬਾ ਦਾਤੂ ਜੀ ਦੀ ਕਈ ਸਾਲਾਂ ਤੋਂ ਪੈਂਦੀ ਹੋਈ ਚੀਸ ਇੱਕ ਛਿਣ ਵਿੱਚ ਹੀ ਨਾਸ਼ ਹੋ ਗਈ ਹੈ। ਚਿਰੰਕਾਲ ਕੀ ਪੀਰ ਵੱਡ। ਜਿਹੜੀ ਵੱਡੀ ਪੀੜਾ ਸੀ ਬਾਬਾ ਦਾਤੂ ਜੀ ਨੂੰ ਬਹੁਤ ਲੰਮੇ ਸਮੇਂ ਤੋਂ, ਛਿਨ ਬਿਖੈ ਨਿਵਾਰੀ। ਇੱਕ ਛਿਣ ਵਿੱਚ ਹੀ ਮਹਾਰਾਜ ਨੇ ਨਾਸ਼ ਕਰ ਦਿੱਤੀ ਵੈ। ਮਨ ਪ੍ਰਸੰਨ ਦਾਤੂ ਭਇਓ। ਬਾਬਾ ਦਾਤੂ ਜੀ ਮਨ ਕਰਕੇ ਬੜੇ ਖੁਸ਼ ਹੋਏ ਆ। ਮਹਿਮਾ ਉਰ ਧਾਰੀ। ਤੇ ਮਹਾਰਾਜ ਦੀ ਮਹਿਮਾ ਮਨ ਵਿੱਚ ਧਾਰਨ ਕੀਤੀ ਵੀ ਧੰਨ ਹਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ। ਕਹਤੇ ਸੁਣਤ ਪ੍ਰਸੰਗ ਕੋ। ਇਸ ਤਰ੍ਹਾਂ ਕਹਤੇ ਸੁਣਦਿਆਂ ਇਸ ਪ੍ਰਸੰਗ ਦੇ ਤਾਈ ਸੂਰਜ ਅਸਤਾਇਓ। ਵੀ ਮਹਾਰਾਜ ਦੇ ਬਚਨ ਬਲਾਸ ਕਰਦਿਆਂ ਨਾ ਬਾਬਾ ਦਾਤੂ ਜੀ ਦੇ ਨਾਲ ਕਵੀ ਜੀ ਕਹਿੰਦੇ ਸੂਰਜ ਛੁਪ ਗਿਆ ਫਿਰ ਇੱਥੇ ਮਹਾਰਾਜ ਨੂੰ ਖਡੂਰ ਸਾਹਿਬ ਆਇਆ। ਨਾਨਾ ਬਿੰਜਨ ਤਿਆਰ ਕਰ। ਤੇ ਬਾਬਾ ਦਾਤੂ ਜੀ ਨੇ ਫਿਰ ਆਪਣੇ ਘਰ ਵਿੱਚ ਬੜੇ ਤਰ੍ਹਾਂ ਤਰ੍ਹਾਂ ਦਾ ਪਕਵਾਨ ਮਹਾਰਾਜ ਵਾਸਤੇ ਪ੍ਰਸ਼ਾਦਾ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਸ਼੍ਰੀ ਗੁਰ ਅਚਵਾਇਓ। ਤੇ ਸਤਿਗੁਰੂ ਅਰਜਨ ਦੇਵ ਸਤਿਗੁਰਾਂ ਦੇ ਤਾਈ ਉਹ ਥਾਲ ਪਰੋਸੇ, ਸਤਿਗੁਰਾਂ ਨੂੰ ਬਹੁਤ ਸ਼ਰਧਾ ਨਾਲ ਭੋਜਨ ਛਕਾਇਆ ਹੈ। ਭਗਤ ਵਿਵੇਕ ਵਿਗਿਆਨ ਕੀ। ਤੇ ਰਾਤ ਹੋ ਗਈ
ਪ੍ਰਸ਼ਾਦਾ ਛਕਣ ਤੋਂ ਬਾਅਦ ਆਪਸ ਵਿੱਚ ਫਿਰ ਚਰਚਾ ਹੋਣ ਲੱਗੀ। ਮਹਾਰਾਜ ਤੋਂ ਸਵਾਲ ਪੁੱਛਦੇ ਆ, ਮਨ ਦੇ ਸੰਸ਼ੇ ਪੁੱਛਦੇ ਬਾਬਾ ਦਾਤੂ ਜੀ, ਗਿਆਨ ਦੀ, ਭਗਤ ਦੀ ਤੇ ਵਿਗਿਆਨ ਦੀ ਤੇ ਆਦਿਕ ਹੋਰ ਚਰਚਾ ਹੁੰਦੀ। ਚਰਚਾ ਬਹੁ ਕੀਨੀ। ਸਾਰੀ ਰਾਤ ਹੀ ਕਾਫੀ ਸਮਾਂ ਤੀਕਰ ਮਹਾਰਾਜ ਬੈਠੇ ਰਹੇ, ਬਾਬਾ ਦਾਤੂ ਜੀ ਵੀ ਬੈਠੇ ਰਹੇ ਤੇ ਹਜ਼ੂਰ ਤੋਂ ਬੜੇ ਸੰਸ਼ੇ ਮਨ ਦੇ ਦੁੱਖ ਕਸ਼ਟ ਤੇ ਬੜੀਆਂ ਸਾਧੂ ਮਹਾਂਪੁਰਖਾਂ ਵਾਲੀਆਂ ਅਵਸਥਾ ਬਾਰੇ ਪੁੱਛਦੇ ਰਹੇ। ਗਰੀਬ ਨਵਾਜ ਜਵਾਬ ਦੇਈ ਜਾਂਦੇ ਆ। ਨਾਸ਼ਵੰਤ ਦ੍ਰਿਸ਼ਮਾਨ ਸਭ। ਬਾਕੀ ਜਿਹੜਾ ਦ੍ਰਿਸ਼ਟਾ ਮਾਤਰ ਦਿਸਣ ਵਾਲਾ ਸਭ ਸੰਸਾਰ ਜੋ ਨਾਸ਼ਵੰਤ ਹੈ, ਸੱਤਾ ਸਤ ਤੇ ਚੀਨੀ। ਇਹ ਜਾਣਿਆ ਵੀ ਸੰਸਾਰ ਨਾਸ਼ਵੰਤ ਹੈ। ਮਹਾਰਾਜ ਦੱਸਦੇ ਬਾਬਾ ਦਾਤੂ ਜੀ ਨੂੰ, ਤੇ ਜਿਹੜਾ ਸੱਤਾ ਚੇਤਨਤਾ ਹੀ ਆ ਉਹ ਪਰਮੇਸ਼ਰ ਦੀ ਹੈ, ਉਹ ਸੱਚ ਹੈ ਸੰਸਾਰ ਵਿੱਚ। ਸਾਰ ਅਸਾਰ ਵਿਚਾਰ ਕਰ। ਇਸ ਤਰ੍ਹਾਂ ਆਪਸ ਵਿੱਚ ਸੱਚ ਝੂਠ ਦੀ, ਸਤ ਅਸਤ ਦੀ ਵਿਚਾਰ ਹੋ ਰਹੀ ਹੈ। ਨਿਸਚੈ ਠਹਿਰਾਇਓ। ਤੇ ਬਾਬਾ ਦਾਤੂ ਜੀ ਨੇ ਨਿਹਚਾ ਕਰਕੇ ਮਹਾਰਾਜ ਦੀ ਸਾਰੀ ਸਿੱਖਿਆ ਹਿਰਦੇ ਵਿੱਚ ਧਾਰਨ ਕੀਤੀ ਹੈ। ਪਾਰ ਬ੍ਰਹਮ ਪਰਮਾਤਮਾ। ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਤੋਂ ਪਰੇ ਹੈ। ਬ੍ਰਹਮ ਪਰਮੇਸ਼ਰ ਜੋ ਪਰਮ ਆਤਮਾ ਵੱਡਾ ਸਾਰਿਆਂ ਤੋਂ, ਪਰਪੰਚ ਸੁਹਾਇਓ। ਤੇ ਉਸੇ ਹੀ ਪਰਮੇਸ਼ਰ ਦਾ ਹੀ ਜਿਹੜਾ ਹੈ ਉਹ ਸਾਰਾ ਇਹ ਪਰਪੰਚ ਕਹੀਏ ਸੰਸਾਰ ਦਿਸਦਾ ਬਣਾਇਆ ਸ਼ੋਭਾ ਪਾਉਂਦਾ ਹੈ। ਸੁਠ ਪਰਅੰਕ ਪੁਨਸਪਤ ਭੇ। ਉਹ ਇਸ ਤਰ੍ਹਾਂ ਖਾਲਸਾ ਦੀ ਰਾਤ ਹੋਈ। ਸੰਧਿਆ ਰਾਤ ਹੋਣ ਤੋਂ ਬਾਅਦ ਗਰੀਬ ਨਵਾਜ ਸੋਹਣੇ ਪਲੰਘੇ ਤੇ ਬਿਰਾਜਮਾਨ ਹੋ ਗਏ ਥੇ। ਖਡੂਰ ਸਾਹਿਬ ਮਹਾਰਾਜ ਨੇ ਇੱਕ ਰਾਤ ਬਤੀਤ ਕੀਤੀ ਆ। ਸ਼੍ਰੀ ਅਰਜਨ ਨਾਥਾ। ਜਿਹੜੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਾਰੇ ਸੰਸਾਰ ਦੇ ਮਾਲਕ ਹਨ। ਜਾਮ ਜਾਮਨੀ ਤੇ ਜਗੇ। ਇੱਕ ਪਹਿਰ ਰਾਤ ਰਹਿ ਗਈ ਜਦੋਂ ਦਿਨ ਚੜ੍ਹਨ ਵਿੱਚ, ਆਪ ਜਿਵੇਂ ਤੜਕਾ ਹੋਣ ਤੋਂ ਇੱਕ ਪਹਿਰ ਰਹਿੰਦਿਆਂ ਗਰੀਬ ਨਵਾਜ ਜੀ ਉੱਠ ਬੈਠੇ ਆ। ਜਾਮ ਸੋਚ ਕਰ ਜਲ ਸਾਥਾ। ਤੇ ਫਿਰ ਸਰੀਰ ਦੀ ਸੁਚਮਤਾ ਕੀਤੀ ਹੈ, ਕਿਰਿਆ ਸੋਧ ਕੇ ਇਸ਼ਨਾਨ ਪਾਣੀ ਕੀਤਾ ਹੈ। ਪੁਨ ਦਾਸੂ ਕੇ ਦਰਸ ਕੋ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੋਇੰਦਵਾਲ ਇੱਥੇ ਖਡੂਰ ਸਾਹਿਬ ਤਾਂ ਆਈ ਹੈ। ਸੋਚਿਆ ਵੀ ਹੁਣ ਗੁਰੂ ਅੰਗਦ ਦੇ ਮਹਾਰਾਜ ਦੇ ਜਿਹੜੇ ਬ੍ਰਹਮ ਗਿਆਨੀ ਬੜੀ ਅਵਸਥਾ ਵਾਲੇ ਦੂਸਰੇ ਸਾਹਿਬਜ਼ਾਦੇ ਬਾਬਾ ਦਾਸੂ ਜੀ ਹੈ, ਉਹਨਾਂ ਦੇ ਵੀ ਦਰਸ਼ਨ ਕਰ ਲਈਏ। ਗਮਨ ਗਮਨੇ ਤਿਸ ਡੇਰੇ। ਤੇ ਬਾਬਾ ਦਾਸੂ ਜੀ ਦੇ ਡੇਰੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਗਏ ਹਨ। ਲੱਗੀ ਸਮਾਦ ਅਗਾਧ ਹੀ। ਜਦੋਂ ਗਏ ਆ ਤੇ ਅੱਗੋਂ ਬਾਬਾ ਦਾਸੂ ਜੀ ਖਾਲਸਾ ਜੀ ਬਹੁਤ ਬ੍ਰਹਮ ਅਵਸਥਾ ਵਾਲੇ ਸੀ ਮਹਾਂਪੁਰਖ, ਤੇ ਇਹਨਾਂ ਦੀ ਸਮਾਧੀ ਲੱਗੀ ਹੋਈ ਐਨ ਨੇਤਰ ਬੰਦ ਹੈ, ਅਡੋਲ ਇੱਕ ਰਸ ਬੈਠੇ ਹੋਏ ਆ। ਬਿਨ ਬਾਧ ਬਡੇਰੇ। ਹਾਂ, ਕੋਈ ਬਾਦ ਨਹੀਂ ਜਿਨ੍ਹਾਂ ਦੇ ਵਿੱਚ ਥੋੜੇ ਮਾਤਰ ਵੀ। ਬ੍ਰਿਤ ਅਖੰਡ ਨਿਸ ਚਲ ਟਿਕੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਅਖੰਡ ਇੱਕ ਰਸ ਸਮਾਧੀ ਲਾ ਕੇ ਬਾਬਾ ਦਾਤੂ ਜੀ ਦੀ ਜਿਹੜੀ ਸੁਰਤ ਹੈ ਨਾ ਉਹ ਪਰਮੇਸ਼ਰ ਵਿੱਚ ਟਿਕੀ ਹੋਈ ਹੈ। ਕੋਠੇ ਸ਼ੋਭ ਮਾਹੀ। ਸ਼੍ਰੇਸ਼ਟ ਕੋਠਾ ਇੱਕ ਕਮਰਾ ਅਲੱਗ ਪਾਇਆ ਹੋਇਆ ਬਾਬਾ ਜੀ ਦਾ। ਕੀਨ ਉਥਾਨ ਹਿਲਾਏ ਕੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਫਿਰ ਧੀਰੇ ਜੇ ਉਹਨਾਂ ਨੂੰ ਹਿਲਾ ਕੇ ਤੇ ਉਹਨਾਂ ਦੀ ਸਮਾਧੀ ਤੋਂ ਉਹਨਾਂ ਨੂੰ ਉਥਾਨ ਕਰਾਇਆ। ਸਮਾਧੀ ਖਲਵਾਈ ਦਾਸੂ ਜੀ ਦੀ। ਕਰ ਜਤਨ ਸੁਤਾਹੀ। ਉਹ ਕਾਫੀ ਸਮਾਂ ਲੱਗ ਗਿਆ। ਕਵੀ ਜੀ ਕਹਿੰਦੇ ਬੜੇ ਯਤਨ ਕਰਕੇ ਬਾਬਾ ਦਾਸੂ ਜੀ ਦੀ ਸਮਾਧੀ ਸਤਿਗੁਰਾਂ ਨੇ ਖਲਵਾਈ ਹੈ। ਬਿਕਸੇ ਕਮਲ ਬਿਲੋਚਨ। ਇਧਰ ਬਾਬਾ ਦਾਸੂ ਜੀ ਦੀ ਸਮਾਧੀ ਖੁੱਲਦਿਆਂ ਸਾਰ ਨੇਤਰ ਜਦੋਂ ਖੁੱਲੇ ਹਨ, ਹਾਲੀ ਮੁਖ ਜੀਹਾ। ਤੇ ਮੁਖ ਤੋਂ ਜੀਭਾ ਵੀ ਹਿੱਲੀ ਹੈ। ਨੇਤਰ ਕਮਲ ਦੇ ਪੰਖੜੀਆਂ ਵਾਂਗੂ ਖੁੱਲ ਗਏ ਆ, ਖਿੜ ਗਏ ਹਨ। ਸ਼੍ਰੀ ਅਰਜਨ ਚਰਣੀ ਪਰੇ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨਿਮਰਤਾ ਦੇ ਪੁੰਜ ਇਹਨਾਂ ਦੀ ਭਗਤੀ ਨੂੰ ਵੇਖ ਕੇ, ਪਰਮੇਸ਼ਰ ਦੇ ਨਾਮ ਜਪਦਿਆਂ ਨੂੰ ਵੇਖ ਕੇ, ਤੇ ਬਾਬਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਹੋਣ ਦੇ ਨਾਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਬਾ ਦਾਸੂ ਜੀ ਦੇ ਚਰਨੀ ਪਏ ਆ, ਮੱਥਾ ਟੇਕਿਆ ਹੈ। ਬੇਨਤੀ ਕਰ ਦੀਹਾ। ਤੇ ਬੜੇ ਪ੍ਰਕਾਰ ਦੀ ਬੇਨਤੀ ਵੀ ਕੀਤੀ ਹੈ। ਦਾਸੂ ਨੇ ਦੇਖੇ ਜਬੈ। ਇਧਰ ਬਾਬਾ ਦਾਸੂ ਜੀ ਨੇ ਜਦੋਂ ਵੇਖਿਆ ਹੈ ਕਰ ਬੰਦ ਅਗਾਰੀ। ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਏ ਹੋਏ ਆ, ਗੁਰੂ ਅਮਰਦਾਸ ਮਹਾਰਾਜ ਦੇ ਦੋਹਤੇ
ਵੇਖਦਿਆਂ ਸਾਰ ਸਤਿਗੁਰਾਂ ਦੇ ਅੱਗੇ ਹੱਥ ਜੋੜ ਲਏ ਬੰਦੇ ਪਦ ਅਰਬਿੰਦ ਤੇ ਮ੍ਰਿਦ ਸਮਾਧੀ ਤੋਂ ਉੱਠ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਮਲ ਚਰਨਾਂ ਤੇ ਮੱਥਾ ਟੇਕ ਦਿੱਤਾ ਮੁਖ ਗਿਰਾ ਉਚਾਰੀ ਤੇ ਦਾਸੂ ਜੀ ਬਾਬਾ ਜੀਆਂ ਮੁਖੋਂ ਮਹਾਰਾਜ ਨੂੰ ਇਸ ਤਰ੍ਹਾਂ ਆਖਿਆ ਹੈ। ਵਿੱਚ ਸਮਾਧ ਕੇ ਧਿਆਨ ਜਿਹ ਆਖਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ, ਸਤਿਗੁਰੂ ਅਸੀਂ ਸਮਾਧੀ ਲਾਈ ਨਾ ਬੜੇ ਸਮੇਂ ਤੋਂ, ਤੇ ਸਾਡੀ ਸਮਾਧੀ ਵਿੱਚ ਜੋ ਸਾਡੇ ਧਿਆਨ ਵਿੱਚ ਆ ਰਿਹਾ ਸੀ, ਜਿਸ ਦਾ ਅਸੀਂ ਧਿਆਨ ਧਾਰਿਆ ਹੋਇਆ ਉਸ ਪਰਮੇਸ਼ਰ ਦਾ, ਮੈਂ ਨਿਤ ਪ੍ਰਤ ਠਾਨਾ ਜਿਸ ਪਰਮੇਸ਼ਰ ਦਾ ਧਿਆਨ ਅਸੀਂ ਬੜੇ ਸਮੇਂ ਤੋਂ ਰੋਜ਼ ਲਾਉਂਦੇ ਹਾਂ, ਸੋ ਸਰੂਪ ਤੁਮ ਹੀ ਅਹੋ ਸੱਚ ਜਾਣੋ ਮਹਾਰਾਜ ਉਹਦਾ ਸਰੂਪ ਬਿਲਕੁਲ ਤੁਹਾਡੇ ਵਰਗਾ। ਭਾਵ ਸਤਿਗੁਰੂ ਜਿਸ ਪਰਮੇਸ਼ਰ ਦਾ ਧਿਆਨ ਅਸੀਂ ਧਾਰਿਆ ਹੈ ਨਾ, ਸਤਿਗੁਰੂ ਸਮਾਧੀ ਲਾ ਕੇ ਹੁਣ ਸਮਾਧੀ ਖੁੱਲੀ, ਮਹਾਰਾਜ ਤੁਸੀਂ ਸਾਹਮਣੇ ਖੜੇ, ਇਨ ਮਿਨ ਉਹ ਹੋ ਸੱਚੇ ਪਾਤਸ਼ਾਹ, ਉਹੀ ਪਰਮੇਸ਼ਰ ਆਪ ਹੋ। ਮਹਿ ਦੇ ਮਹੀਆਨਾ ਵੱਡਿਆਂ ਤੋਂ ਵੱਡੇ ਹੋ, ਸ਼੍ਰੇਸ਼ਟ ਤੋਂ ਸ਼੍ਰੇਸ਼ਟ, ਉੱਚਿਆਂ ਤੋਂ ਉੱਚੇ ਹੋ। ਸ਼੍ਰੀ ਨਾਨਕ ਅਵਤਾਰ ਹੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਆਪ ਅਵਤਾਰ ਹੋ। ਇੱਕ ਜੋਤ ਬਿਰਾਜੇ ਉਹੀ ਜੋਤ ਤੁਹਾਡੇ ਵਿੱਚ ਬਿਰਾਜਮਾਨ ਹੋ ਰਹੀ ਹੈ। ਕਲ ਮਹਿ ਨਰਨ ਉਧਾਰ ਹਿਤ ਆਪ ਜੀ ਪਰਮੇਸ਼ਰ ਹੋ ਤੇ ਕਲਯੁਗ ਦੇ ਵਿੱਚ ਪਾਪੀਆਂ ਜੀਵਾਂ ਦਾ ਉਧਾਰ ਕਰਨ ਵਾਸਤੇ ਨਿਜ ਤਨ ਉਪਰਾਜੇ ਤੁਸੀਂ ਇਸ ਸਰੀਰ ਵਿੱਚ ਆਏ ਹੋਏ ਮਨੁੱਖਾ ਦੇਹੀ ਧਾਰਨ ਕੀਤੀ ਹੈ। ਸ਼੍ਰੀ ਗੁਰ ਕਹਿ ਤੁਮ ਬਹੁ ਵੱਡੇ ਇਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਨਹੀਂ ਬਾਬਾ ਦਾਸੂ ਜੀ, ਆਪ ਤਾਂ ਸਾਥੋਂ ਉਮਰਾਂ ਵਿੱਚ ਬੜੇ ਵੱਡੇ ਹੋ, ਅਵਸਥਾ ਵਿੱਚ ਬੜੇ ਵੱਡੇ ਹੋ, ਪਦਵੀ ਵਿੱਚ ਬੜੇ ਵੱਡੇ ਹੋ। ਹਮ ਬਾਲ ਤਿਹਾਰੇ ਅਸੀਂ ਤਾਂ ਤੁਹਾਡੇ ਬਾਲਕ ਹਾਂ, ਪੁੱਤਰਾਂ ਵਰਗੇ ਮਹਾਰਾਜ। ਕਿਰਪਾ ਦ੍ਰਿਸ਼ਟ ਦੇਖਤ ਰਹਾ ਇਸ ਕਰਕੇ ਤੁਸੀਂ ਸਾਡੇ ਵੱਡਿਆਂ ਬਜ਼ੁਰਗਾਂ ਵਰਗੇ ਹੋ, ਕਿਰਪਾ ਦੀ ਦ੍ਰਿਸ਼ਟੀ ਨਾਲ ਹੀ ਸਦਾ ਸਾਡੇ ਵੱਲ ਵੇਖਦੇ ਰਹੋ। ਦੁੱਖ ਕਾਟਣ ਹਾਰੇ ਤੁਸੀਂ ਤਾਂ ਜੀਵਾਂ ਦੇ ਦੁੱਖ ਕੱਟਣ ਵਾਲੇ ਹੋ। ਇੱਕ ਰਸ ਬ੍ਰਿਤੀ ਅਖੰਡ ਸੁਭ ਤੁਹਾਡੀ ਇੱਕ ਰਸ ਬਿਰਤੀ ਪਰਮੇਸ਼ਰ ਵਿੱਚ ਟਿਕੀ ਹੋਈ ਹੈ, ਸ਼੍ਰੇਸ਼ਟ, ਤੇ ਉਹ ਟੁੱਟਣ ਤੋਂ ਰਹਿਤ। ਚਿਰਕਾਲ ਟਿਕਾਈ ਤੁਸਾਂ ਤਾਂ ਬੜਾ ਵੱਡਾ ਮੋਰਚਾ ਮਾਰਿਆ ਹੈ, ਬੜੇ ਸਮੇਂ ਤੋਂ ਉਸ ਅਕਾਲ ਪੁਰਖ ਪਰਮੇਸ਼ਰ ਵਿੱਚ ਇੱਕ ਰਸ ਸਮਾਧੀ ਲਾ ਕੇ ਸੁਰਤ ਟਿਕਾਈ ਹੋਈ ਹੈ। ਸਰਬ ਭਾਂਤ ਸਮਰੱਥ ਵੱਡੇ ਤੁਸੀਂ ਵੱਡੇ ਹੋ ਤੇ ਸਾਰੇ ਤਰ੍ਹਾਂ ਦੇ ਨਾਲ ਸਮਰੱਥ ਪੂਰੇ ਸੂਰੇ ਹੋ। ਸਭ ਸ਼ਕਤੀ ਪਾਈ ਸਾਰੀ ਸ਼ਕਤੀ ਤੁਸੀਂ ਪ੍ਰਾਪਤ ਕੀਤੀ ਹੋਈ ਪਰਮੇਸ਼ਰ ਤੋਂ। ਚਾਹ ਸੋ ਕਰਹੁ ਨ ਦੇਰ ਲਗ ਜੋ ਚਾਹੋ ਨਾ ਬਾਬਾ ਦਾਸੂ ਜੀ, ਤੁਸੀਂ ਹੁਣੇ ਹੀ ਕਰ ਸਕਦੇ ਹੋ, ਦੇਰੀ ਨਹੀਂ ਲਾਉਂਦੇ। ਅਸਮਾਨ ਤੇ ਧਰਤੀ ਦੀ ਤਾੜੀ ਵਜਾ ਸਕਦੇ ਹੋ, ਇੰਨਾ ਬਲ ਰੱਖਦੇ ਆਪ ਜੀ। ਵਿੱਚ 14 ਲੋਕਾ ਕੱਲੀ ਮਾਤ ਲੋਕ ਤੇ ਨਹੀਂ, 14 ਲੋਕਾਂ ਵਿੱਚ ਤੁਹਾਡਾ ਹੁਕਮ ਤੇ ਕਰਾਮਾਤ ਵਰਤਦੀ ਹੈ। ਨਹਿ ਆਗਿਆ ਕੇ ਫੇਰ ਹੀ ਕਿਸੇ ਦੇਵੀ ਦੇਵਤੇ ਵਿੱਚ ਜੁਰਤ ਨਹੀਂ ਬਾਬਾ ਦਾਸੂ ਜੀ ਤੁਹਾਡੀ ਆਗਿਆ ਫੇਰ ਸਕੇ, ਮੋੜ ਸਕੇ। ਚਹਿ ਦਰਸ ਬਿਲੋਕਾ ਤੇ ਸਭ ਦੇਵੀ ਦੇਵਤੇ 14 ਭਵਨਾਂ ਲੋਕਾਂ ਵਿੱਚ ਵੀ ਸਭ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਐ। ਤਬ ਦਾਸੂ ਨੇ ਬਚ ਕਹਿਓ ਤੋ ਮਹਾਰਾਜ ਤੋਂ ਸਿਫਤੀ ਸੁਣ ਕੇ ਧੰਨ ਬਾਬਾ ਦਾਸੂ ਜੀ ਨੇ ਫੇਰ ਬਚਨ ਕੀਤੇ ਐ। ਪੁਰਹਾ ਮਮ ਆਸਾ ਆਖਿਆ ਮਹਾਰਾਜ ਜੀ, ਸਾਡੇ ਮਨ ਵਿੱਚ ਇੱਕ ਇੱਛਾ ਹੈ ਸੱਚੇ ਪਾਤਸ਼ਾਹ, ਆਪ ਦਇਆ ਨਿਧ ਹੋ, ਆਸਾਂ ਪੂਰਨ ਵਾਲੇ ਸਮਰੱਥ ਹੋ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ ਸਾਡੀ ਇੱਕ ਇੱਛਾ ਪੂਰੀ ਕਰ ਦਿਓ ਜੀ। ਚਿਰੰਕਾਲ ਕੋ ਤਨ ਤਜੇ ਉਹ ਇਹ ਹੈ ਮਹਾਰਾਜ ਵੀ ਜਿਹੜਾ ਬੜੇ ਸਮੇਂ ਦਾ ਜੰਮੇ ਹੋਏ ਆ, ਸਰੀਰ ਕਿੰਨੇ 100 ਵਰਿਆਂ ਦੇ ਲਾਗੇ ਉਮਰ ਹੋ ਚੱਲੀ ਹੈ। ਮਹਾਰਾਜ ਸਾਡੀ ਇੱਛਾ ਹੈ ਵੀ ਅਸੀਂ ਹੁਣ ਸਰੀਰ ਛੱਡ ਦਈਏ, ਆਪ ਸਾਡੀ ਇੱਛਾ ਪੂਰੀ ਕਰੋ। ਇਸ ਚਰਹੁ ਨ ਬਾਸਾ ਅਸੀਂ ਹੁਣ ਇਹ ਬੁੱਢੇ ਪੁਰਾਣੇ ਸਰੀਰ ਵਿੱਚ ਰਹਿਣਾ ਨਹੀਂ ਚਾਹੁੰਦੇ ਮਹਾਰਾਜ, ਅਸੀਂ ਹੁਣ ਇਹ ਸਰੀਰ ਨੂੰ ਛੱਡ ਕੇ ਪਰਮੇਸ਼ਰ ਦੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ। ਸ਼੍ਰੀ ਨਾਨਕ ਕੇ ਪਾਸ ਇਹ ਸਰੀਰ ਛੱਡ ਕੇ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿੱਚ ਵਸਣਾ ਚਾਹੁੰਦੇ ਹਾਂ। ਚਾਹਤ ਅਬ ਜਾਇਓ ਇਹ ਸਾਡੀ ਇੱਛਾ ਹੈ ਮਹਾਰਾਜ, ਆਪ ਪੂਰੀ ਕਰੋ। ਅਸੀਂ ਸਰੀਰ ਛੱਡ ਕੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਵਿੱਚ ਲੀਨ ਹੋ ਜਾਈਏ। ਆਪਣੋ ਬਾਕ ਪਨੀਜੀਏ ਤੁਸੀਂ ਬਚਨ ਕਰ ਦਿਓ ਮਹਾਰਾਜ ਇਸ ਬਾਬਤ, ਕਿਉਂਕਿ ਤੁਹਾਡਾ ਬਚਨ ਸਫਲ ਹੁੰਦਾ ਹੈ ਨਾ। ਤੁਸੀਂ ਇਹ ਮਹਾਰਾਜ ਸਾਡੇ ਸਰੀਰ ਛੱਡਣ ਦੀ ਬਾਬਤ ਬਚਨ ਕਰੋ ਆਪ। ਹੋਏ ਮੁਝ ਮਨ ਭਾਇਓ ਤੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ
ਬਾਕੀ ਜੋ ਤੁਹਾਡੇ ਮਨ ਨੂੰ ਭਾਉਂਦਾ ਹੈ। ਸ਼੍ਰੀ ਗੁਰ ਬੋਲੇ ਹੋਏ ਏਮ। ਵੀ ਜਿਹੜਾ ਮੇਰੇ ਮਨ ਨੂੰ ਭਾਉਂਦਾ ਹੈ, ਭਾਵ ਸਰੀਰ ਛੱਡਣਾ, ਇਹ ਤੁਸੀਂ ਵੀ ਮੂੰਹੋਂ ਕਹਿ ਦਿਓ ਮਹਾਰਾਜ ਤੇ ਝਾਟੀ ਪੂਰਾ ਹੋ ਜਾਵੇਗਾ। ਅਸੀਂ ਛੱਡ ਕੇ ਸੰਸਾਰ ਪਾਟੇ ਪੁਰਾਣੇ ਬੁੱਢੇ ਸਰੀਰ ਨੂੰ ਤੇ ਪਰਮੇਸ਼ਰ ਵਿੱਚ ਲੀਨ ਹੋ ਜਾਈਏ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਸੁਣਿਆ, ਹਜ਼ੂਰ ਕਹਿਣ ਲੱਗੇ ਆ, ਕੇਤਿਕ ਦਿਨ ਮਾਹੀ। ਆਖਿਆ ਹੈ ਬਾਬਾ ਦਾਸੂ ਜੀ, ਕੋਈ ਗੱਲ ਨਹੀਂ, ਅਜੇ ਕੁਝ ਕੁ ਦਿਨਾਂ ਦੀ ਬਸ ਹੋਰ ਗੱਲ ਹੈ। ਤਨ ਤਜ ਗਮਨਹ ਬੇਗ ਸੇ। ਬੜੇ ਛੇਤੀ ਦੇ ਨਾਲ ਤੁਸੀਂ ਬਸ ਕੁਝ ਦਿਨਾਂ ਬਾਅਦ ਹੀ ਸਰੀਰ ਛੱਡ ਕੇ ਚਲੇ ਜਾਓਗੇ। ਸ਼੍ਰੀ ਨਾਨਕ ਪਾਹੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਸ। ਅਜਰ ਜਰਨ ਧੀਰਜ ਧਰਨ। ਕਿਉਂਕਿ ਜਿਹੜੇ ਅਜਾਰ ਸ਼ਕਤੀਆਂ ਨੂੰ ਜਰਨ ਵਾਲੇ, ਧੀਰਜ ਦੇ ਧਰਨ ਵਾਲੇ ਸ਼੍ਰੀ ਅੰਗਦ ਰੂਪਾ। ਗੁਰੂ ਅੰਗਦ ਦੇਵ ਜੀ ਮਹਾਰਾਜ ਹੈ ਨਾ, ਤੁਸੀਂ ਕੁਝ ਸਮੇਂ ਬਾਅਦ ਹੀ ਬਸ ਉਹਨਾਂ ਦੇ ਰੂਪ ਬਣ ਜਾਓਗੇ। ਤੁਮ ਤਿਨ ਕੇ ਵੱਡ ਪੁੱਤਰ ਹੋ। ਬਾਕੀ ਆਪ ਦਾਸੂ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਸਾਹਿਬਜ਼ਾਦੇ ਹੋ। ਚਿਤ ਸ਼ਾਂਤ ਅਨੂਪਾ। ਤੇ ਤੁਹਾਡਾ ਅਨੂਪਮ ਬਿਰਤੀ ਹੈ, ਸ਼ਾਂਤ ਤੁਹਾਡਾ ਚਿੱਤ ਰਹਿਣ ਵਾਲਾ। ਦਾਸ ਜਾਣ ਕਿਰਪਾ ਕਰੋ। ਆਪ ਦਾਸ ਜਾਣ ਕੇ ਸਦਾ ਸਾਡੇ ਤੇ ਕਿਰਪਾ ਹੀ ਕਰਕੇ ਰੱਖਿਆ ਕਰੋ। ਆਪਣੇ ਨਿਤ ਜਾਨੋ। ਤੇ ਛੋਟੇ ਜਾਣ ਕੇ ਨਾ ਬਾਬਾ ਦਾਸੂ ਜੀ, ਸਾਨੂੰ ਛੋਟੇ ਜਾਣ ਕੇ ਆਪਦੇ ਜਾਣਨਾ ਤੁਸਾਂ ਨੇ। ਸੀਖ ਸਿਖਾਵ ਸੁਭ ਮਤੀ। ਤੇ ਸ਼੍ਰੇਸ਼ਟ ਮਤ ਵਾਲੀ ਸਿੱਖਿਆ ਵੀ ਸਾਨੂੰ ਦਿੰਦੇ ਰਿਹਾ ਕਰੋ, ਚੰਗੀ ਸਿੱਖਿਆ ਵੀ ਸਿਖਾਉਂਦੇ ਰਿਹਾ ਕਰੋ। ਜਿਮ ਪੰਥ ਮਹਾਨੋ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਪੰਥ ਚਲਾਇਆ ਹੋਇਆ, ਤੁਸੀਂ ਪੁਰਾਣੇ ਬਜ਼ੁਰਗ ਹੋ, ਬੜਾ ਕੁਝ ਵੇਖਿਆ ਹੈ। ਆਪਦੀ ਸ਼੍ਰੇਸ਼ਟ ਮਤ ਚੋਂ ਸਾਨੂੰ ਵੀ ਸਿੱਖਿਆ ਬਖਸ਼ਦੇ ਰਿਹਾ ਕਰੋ। ਇਮ ਕਹਿ ਠਾਨੀ ਨਮੋ ਪਦ। ਇਉਂ ਕਹਿ ਕੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਫਿਰ ਬਾਬਾ ਦਾਸੂ ਜੀਆਂ ਦੀ ਕਮਾਈ ਨੂੰ ਵੇਖਦਿਆਂ ਹੋਇਆਂ ਮੱਥਾ ਟੇਕ ਦਿੱਤਾ। ਪਰਕਰਮਾ ਦੀਨੀ। ਤੇ ਬਾਬਾ ਦਾਸੂ ਜੀ ਦੀਆਂ ਪਰਕਰਮਾਂ ਵੀ ਕਰ ਦਿੱਤੀਆਂ। ਅਪਰ ਭਨੀ ਬਹ ਬੇਨਤੀ। ਕਵੀ ਜੀ ਕਹਿੰਦੇ ਹੋਰ ਵੀ ਬੜੇ ਤਰ੍ਹਾਂ ਦੀਆਂ ਬਚਨ ਬਿਲਾਸ ਬੇਨਤੀਆਂ ਵੀ ਕੀਤੀਆਂ। ਮਹਿਮਾ ਵੱਡ ਚੀਨੀ। ਤੇ ਬੜੀ ਮਹਿਮਾ ਜਾਣੀ ਹੈ ਬਾਬਾ ਦਾਸੂ ਜੀ ਨੇ ਗੁਰੂ ਪਾਤਸ਼ਾਹ ਦੀ, ਤੇ ਮਹਾਰਾਜ ਨੇ ਬਾਬਾ ਦਾਸੂ ਜੀ ਦੀ। ਆਇਸ ਲੈ ਨਿਕਸੇ ਸਦਨ। ਫਿਰ ਆਖਿਆ ਹੈ ਬਾਬਾ ਦਾਸੂ ਜੀ, ਹੁਣ ਸਾਨੂੰ ਆਗਿਆ ਹੋਵੇ, ਅਸੀਂ ਅੰਮ੍ਰਿਤਸਰ ਸਾਹਿਬ ਪਹੁੰਚਣਾ ਹੈ, ਦੇਰੀ ਹੋ ਜਾਵੇਗੀ। ਬਾਬਾ ਦਾਸੂ ਜੀ ਦੀ ਆਗਿਆ ਲੈ ਕੇ ਮਹਾਰਾਜ ਇਹਨਾਂ ਦੇ ਘਰ ਤੋਂ ਬਾਹਰ ਨਿਕਲ ਆਏ। ਭੇ ਚੱਲੇ ਬੇ ਤਿਆਰੂ। ਤੇ ਤਿਆਰਾ ਕਰ ਲਿਆ ਅੰਮ੍ਰਿਤਸਰ ਸਾਹਿਬ ਨੂੰ ਜਾਵਣ ਦਾ। ਤਬ ਦਾਤੂ ਕਰ ਜੋਰ ਕੈ। ਉਹਨੇ ਜਦੋਂ ਮਹਾਰਾਜ ਹੁਣ ਅੰਮ੍ਰਿਤਸਰ ਸਾਹਿਬ ਚੱਲੇ ਆ ਤੇ ਬਾਬਾ ਦਾਤੂ ਜੀ ਆ ਗਏ। ਇਹਨਾਂ ਨੇ ਮਹਾਰਾਜ ਦੇ ਅੱਗੇ ਹੱਥ ਜੋੜ ਬੇਨਤੀ ਕੀਤੀ। ਇਮ ਬਾਕ ਉਚਾਰੂ। ਇਸ ਤਰ੍ਹਾਂ ਦੇ ਸੁੰਦਰ ਬਚਨ ਕੀਤੇ ਹਨ। ਸ਼੍ਰੀ ਅੰਮ੍ਰਿਤਸਰ ਸਮਲਖ। ਆਖਿਆ ਮਹਾਰਾਜ, ਇਹ ਖਡੂਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਵਰਗਾ ਹੀ ਜਾਨੋ, ਭਾਵ ਵੀ ਮਹਾਰਾਜ ਜਿਵੇਂ ਉਹ ਤੁਹਾਡਾ ਸਥਾਨ ਹੈ, ਵੀ ਤੁਹਾਡਾ ਹੀ ਘਰ ਹੈ। ਬਸੀ ਹੈ ਇਸ ਥਾਨੂੰ। ਜਿਸ ਕਰਕੇ ਇੱਥੇ ਹੀ ਰਹਿ ਪਾਓ ਨਾ ਮਹਾਰਾਜ, ਨਾ ਜਾਓ ਖਡੂਰ ਸਾਹਿਬ ਹੀ ਰੁਕ ਜਾਓ ਕੁਝ ਸਮਾਂ। ਮਿਲੇ ਰਹੇ ਹਰ ਖੈ ਦਰਸ। ਜੇ ਤੁਸੀਂ ਇੱਥੇ ਰਹੋਗੇ, ਸਾਡੇ ਨਾਲ ਮਿਲ ਰਹੋਗੇ, ਸਾਨੂੰ ਬੜੀ ਖੁਸ਼ੀ ਹੋਊਗੀ, ਤੁਹਾਡੇ ਦਰਸ਼ਨ ਕਰਾਂਗੇ ਰੋਜ਼ ਹੀ। ਗੁਣ ਗਿਆਨ ਨਿਧਾਨੂ। ਕਿਉਂਕਿ ਤੁਸੀਂ ਗੁਣਾਂ ਦਾ ਤੇ ਗਿਆਨ ਦਾ ਬੜਾ ਖਜ਼ਾਨਾ ਹੋ। ਸੁਣ ਧੀਰਜ ਸਤ ਗੁਰ ਦਈ। ਸੁਣ ਕੇ ਸਤਿਗੁਰਾਂ ਨੇ ਬਾਬਾ ਦਾਤੂ ਜੀ ਨੂੰ ਧੀਰਜ ਦਿੱਤਾ, ਹੌਸਲਾ ਦਿੱਤਾ ਹੈ। ਹੋਏ ਤਿਆਰ ਚੱਲੇ ਹੈ। ਤੇ ਮਹਾਰਾਜ ਆਪ ਹੁਣ ਤਿਆਰਾ ਕਰਕੇ ਅੰਮ੍ਰਿਤਸਰ ਸਾਹਿਬ ਨੂੰ ਚੱਲੇ ਆ। ਖਾਸੇ ਪਰ ਪੁਸਤਕ ਸ਼ੁਭਤ। ਤੇ ਸਾਰੀਆਂ ਪੁਸਤਕਾਂ ਪੋਥੀਆਂ ਨਾ ਜਿਹੜੀਆਂ ਗੋਇੰਦਵਾਲੋਂ ਲੈ ਕੇ ਆਏ ਆ, ਉਹ ਸ਼੍ਰੇਸ਼ਟ ਸੋਹਣੀ ਪਾਲਕੀ ਵਿੱਚ ਸੁਭਾਏਮਾਨ ਕਰ। ਸ਼ੁਭ ਚਮਰ ਟੁਲੇ ਹੈ। ਉੱਤੇ ਸਾਧ ਸੰਗ ਜੀ ਦੋ ਚੌਰ ਦੋ ਪਾਸਿਓਂ ਪੋਥੀਆਂ ਤੇ ਹੋ ਰਹੇ ਹਨ। ਰਾਗੀ ਕਰਤੇ ਕੀਰਤਨ। ਅੱਗੇ ਅੱਗੇ ਰਾਗੀ ਜਾ ਰਹੇ ਪੋਥੀਆਂ ਦੀ ਪਾਲਕੀ ਸਾਹਿਬ ਦੇ ਕੀਰਤਨ ਕਰ ਰਹੇ ਹਨ। ਬਹੁ ਸਾਜ ਬਜਾਏ। ਹੋਰ ਬੜੇ ਨਗਾਰੇ ਨਰਸਿੰਗੇ ਵੱਜ ਰਹੇ ਹਨ। ਤਬ ਸੰਖਨ ਕੀ ਧੁਨ ਪਈ। ਜਦੋਂ ਪੋਥੀ ਸਾਹਿਬ ਦੀ ਪਾਲਕੀ ਚੁੱਕੀ
ਤੇ ਚਾਰ ਚਫੇਰੇ ਸਿੱਖਾਂ ਵੱਲੋਂ ਸ਼ੰਖ ਵਜਾਏ ਜਾ ਰਹੇ ਆ, ਸੁਮਨਸ ਬਰਸਾਏ। ਨਾਲੇ ਫੁੱਲ ਵਰਸਾਏ ਜਾ ਰਹੇ ਆ ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਵੱਲੋਂ। ਲਖ ਦੁੰਦਬ ਮ੍ਰਿਦ ਬਾਜਤੇ। ਹਾਂ, ਖਡੂਰ ਸਾਹਿਬ ਦੀਆਂ ਸੰਗਤਾਂ ਵੱਲੋਂ ਫੁੱਲ ਵਰਸਾਏ ਜਾ ਰਹੇ ਆ, ਛੋਟੇ ਨਗਾਰੇ ਨਫੀਰੀਆਂ ਧੌਂਸੇ ਵਜਾਏ ਜਾ ਰਹੇ ਆ, ਨਰਸਿੰਗੇ ਵੱਜਦੇ ਹਨ। ਤੁਰਹੀ ਸੋ ਨਫੀਰੀ। ਨਾਲੇ ਤੁਰਹੀ ਤੇ ਨਫੀਰੀਆਂ ਵੀ ਬੜੀਆਂ ਵੱਜਦੀਆਂ ਨੇ। ਜੈ ਜੈਕਾਰ ਉਚਾਰਤੇ। ਸੰਗਤਾਂ ਜੈ ਜੈਕਾਰ ਖਡੂਰ ਸਾਹਿਬ ਦੀ ਧਰਤੀ ਤੇ ਉਚਾਰਦੀਆਂ ਹਨ, ਗਾਉਂਦੀਆਂ ਹਨ। ਜਹਾਂ ਦਿਸ਼ ਮਹਿ ਤੇ ਪੀਰੀ। ਚਾਰ ਚਫੇਰੇ ਹੀ ਨਾ ਹੁਣ, ਕਿਉਂਕਿ ਪੋਥੀਆਂ ਚੱਲੀਆਂ ਨਾ ਤੇ ਗੁਰਬਾਣੀ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਸਾਰਾ ਹੀ ਇਕੱਠਾ ਹੋਇਆ ਤੇ ਆਖਰੀ ਵਾਰ ਪੋਥੀਆਂ ਦੇ ਦਰਸ਼ਨ ਕਰਨ ਨੂੰ ਸੰਗਤਾਂ ਐਨ ਭੀੜ ਮਚਾ ਕੇ ਖੜੀਆਂ, ਬੜੀ ਦੂਰ ਤੱਕ ਭੀੜ ਲੱਗੀ ਹੋਈ ਹੈ ਚੱਲਦੀਆਂ ਪੋਥੀਆਂ ਦੇ ਦਰਸ਼ਨਾਂ ਵਾਸਤੇ। ਕਰਤ ਮੰਗਲਾਚਾਰ ਕੋ। ਤੇ ਬੜੇ ਮੰਗਲ ਰੂਪ ਗੁਰਬਾਣੀ ਗਾਈ ਜਾ ਰਹੀ ਹੈ। ਬਹੁ ਧੂਪ ਤੁਖਾਵੈ। ਤੇ ਚੰਦਨ ਤੋਂ ਆਦਿਕ ਹੋਰ ਸੁਗੰਧੀਆਂ ਧੂਫਾਂ ਤੁਖਾਈਆਂ ਜਾ ਰਹੀਆਂ ਨੇ। ਮੰਦ ਮੰਦ ਸ਼੍ਰੀ ਸਤਿਗੁਰੂ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਪੋਥੀਆਂ ਲੈ ਕੇ ਗੋਇੰਦਵਾਲੋਂ ਚੱਲੇ ਖਡੂਰ ਸਾਹਿਬ। ਇੱਕ ਰਾਤ ਰਹਿ ਕੇ ਦਾਸੂ ਤੇ ਬਾਬਾ ਦਾਤੂ ਜੀ ਗੁਰੂ ਅੰਗਦ ਪਾਤਸ਼ਾਹ ਦੇ ਸਾਹਿਬਜ਼ਾਦੇ ਇਹਨਾਂ ਨੂੰ ਤਾਰਦੇ ਹੋਏ ਗੁਰੂ ਅਰਜਨ ਪਾਤਸ਼ਾਹ ਜੀ ਚੱਲੇ ਹੈ ਅੰਮ੍ਰਿਤਸਰ ਸਾਹਿਬ ਤਾਈਂ। ਪਾਛੇ ਤੇ ਸਜਾਵੈ। ਅੱਗੇ ਪੋਥੀਆਂ ਜਾਂਦੀਆਂ ਪਾਲਕੀ ਤੇ ਮਗਰ ਮਹਾਰਾਜ ਸਾਹਿਬ ਚੌਰ ਸਾਹਿਬ ਕਰਦੇ ਜਾ ਰਹੇ ਐ। ਏਕ ਕੋਸ ਚੱਲ ਕੈ ਟਿਕੇ। ਇੱਕ ਕੋਹ ਚੱਲ ਕੇ ਨਾ ਖਡੂਰ ਸਾਹਿਬ ਤੋਂ ਤੇ ਰੁਕ ਗਏ ਹਨ। ਦਾਤੂ ਸੰਗ ਭਾਖੀ। ਤੇ ਬਾਬਾ ਦਾਤੂ ਜੀ ਨਾਲ ਆ ਰਹੇ ਸੀ। ਪਹਿਲਾਂ ਸਾਧ ਸੰਗਤ ਦੀ ਮਰਿਆਦਾ ਸੀ ਵੀ, ਹੁਣ ਵੀ ਵੈਸੇ ਕਈ ਅਜੇ ਸੰਪਰਦਾਵਾਂ ਵਿੱਚ ਤਾਂ ਹੈ ਆ ਮਰਿਆਦਾ ਏ ਵੀ ਜਦੋਂ ਕੋਈ ਸਤਿਪੁਰਖ ਮਹਾਂਪੁਰਖ ਜਾਂ ਕੋਈ ਆਉਂਦਾ ਉਹਨੂੰ ਅੱਗੋਂ ਲੈਣ ਜਾਂਦੇ ਸੀ ਇੱਕ ਕੋਹ, ਤੇ ਇੱਕ ਕੋਹ ਜਾਂ ਦੋ ਕੋਹ ਛੱਡਣ ਜਾਂਦੇ ਹੁੰਦੇ ਸੀ ਜਾਣ ਲੱਗਿਆਂ। ਤੋ ਉਹ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾ ਰਹੇ ਤੇ ਬਾਬਾ ਦਾਤੂ ਜੀ ਛੱਡਣ ਆਏ ਇੱਕ ਕੋਹ ਖਡੂਰ ਸਾਹਿਬ ਤੀਕਰ। ਤੇ ਇਹ ਮਰਿਆਦਾ ਹੁੰਦੀ ਸੀ ਵੀ ਉਹਨਾਂ ਚਿਰ ਮੁੜਦੇ ਨਹੀਂ ਸੀ ਹੁੰਦੇ, ਮੁੜਿਆ ਨਹੀਂ ਕਰੀਦਾ ਜਿੰਨਾ ਸਮਾਂ ਉਹ ਕਵੇ ਨਾ ਭਾਈ ਹੁਣ ਬੇਨਤੀ ਆ ਵੀ ਤੁਹਾਡੀ ਚਲੋ ਸੇਵਾ ਪ੍ਰਵਾਨ ਤੇ ਆਪ ਹੁਣ ਚਲੇ ਜਾਓ। ਇਹ ਮਰਿਆਦਾ ਸੀਗੀ। ਤੇ ਘਰਾਂ ਵਿੱਚ ਵੀ ਅੱਗੇ ਰਿਸ਼ਤੇਦਾਰਾਂ ਨੂੰ ਛੱਡਦੇ ਲੋਕਾਂ ਨੇ ਉਹ ਗਲੀ 'ਚ ਕਿੱਡੀ ਦੂਰ ਤੱਕ ਚਲੇ ਜਾਣਾ, ਜਾਂ ਪਿੰਡ ਦੇ ਬਾਹਰ ਤੱਕ ਲੋਕ ਛੱਡ ਕੇ ਆਉਂਦੇ ਸੀ। ਪੁਰਾਣੇ ਬਜ਼ੁਰਗ ਪਹਿਲਾਂ ਕੋਹ ਜਾਂ ਛੱਡ ਕੇ ਆਉਂਦੇ ਸੀ, ਪਿੰਡ ਦੀ ਜੂਹ ਲੰਘਾ ਕੇ ਫਿਰ ਪਿੰਡ ਤੱਕ। ਹੌਲੀ ਹੌਲੀ ਸਾਧ ਸੰਗਤ ਜੀ ਹੁਣ ਵੇਖੀਦਾ ਹੀ ਆ, ਜੇ ਪ੍ਰਾਹੁਣਾ ਜੇ ਬੂਹੇ 'ਚ ਖੜਾ ਹੁੰਦਾ ਤੇ ਫਾੜ ਦਰਵਾਜ਼ਾ ਮਾਰਦੇ ਆ। ਇਹ ਕੁਝ ਜਿਹੜੇ ਕਾਰਨ ਹੁੰਦੇ ਆ ਖਾਲਸਾ ਜੀ, ਇਹਦੇ ਨਾਲ ਸਤਿਕਾਰ ਦਾ ਤਾਂ ਚਲੋ ਜਿਹੜਾ ਬਣਿਆ ਉਹ ਤਾਂ ਜਿਹੋ ਜਿਹਾ ਅਗਲਾ ਹੈ ਉਹਨੂੰ ਪਤਾ ਹੀ ਹੁੰਦਾ ਹੈ, ਪਰ ਕੁਝ ਗੱਲਾਂ ਸਾਧ ਸੰਗਤ ਦੀ ਸਤਿਕਾਰ ਦੇ ਚਿੰਨ੍ਹ ਹੁੰਦੀਆਂ, ਅਗਲੇ ਦਾ ਮਨ ਖੁਸ਼ ਹੁੰਦਾ। ਜਿਵੇਂ ਪੁਰਾਣਾ ਕੋਈ ਬਜ਼ੁਰਗ ਬੈਠਾ ਆਪ ਤੋਂ ਵੱਡਾ, ਉਹਦੇ ਸਿਰਹਾਣੇ ਵੱਲ ਨਹੀਂ ਬਹਿਣਾ। ਤੇ ਜਿਵੇਂ ਗਿਆਨੀ ਜੀ ਦੱਸਦੇ, ਕਹਿੰਦੇ ਮੰਜੇ ਦਾ ਸਤਿਕਾਰ, ਮੰਜੇ ਦਾ ਵੀ ਸਤਿਕਾਰ ਕਰਨਾ। ਉਹ ਦੱਸਿਆ ਕਰਦੇ, ਕਹਿੰਦੇ ਮੰਜੇ ਤੇ ਸਿੱਧਾ ਪੈਰ ਲੈ ਕੇ ਨਹੀਂ ਚੜ੍ਹਨਾ, ਪਹਿਲਾਂ ਬਹਿਣਾ ਆਸਣ ਲਾ ਕੇ ਫਿਰ ਪੈਰ ਤਾਂ ਕਰਨੇ। ਇਹ ਨਹੀਂ ਵੀ ਖੜਾ ਮੰਜੇ ਦੇ ਵਿਚਾਲੇ ਪੈਰ ਰੱਖ ਕੇ ਤੂੰ ਉੱਤੇ ਚੜ੍ਹ ਜਾਣਾ, ਇਸ ਤਰ੍ਹਾਂ ਨਹੀਂ ਕਦੇ ਮੰਜੇ ਤੇ ਚੜ੍ਹਨਾ। ਇਹ ਦੱਸਦੇ ਹੁੰਦੇ ਸੀ ਮਹਾਂਪੁਰਖ ਸਾਨੂੰ ਵੀ ਮੰਜੇ ਦਾ ਵੀ ਸਤਿਕਾਰ ਹੈ ਕਿ ਵੀ ਪਹਿਲਾਂ ਇਸ ਤਰ੍ਹਾਂ ਬਹਿ ਜਾਣਾ ਮੰਜੇ ਤੇ ਪੈਰ ਲਮਕਾ ਕੇ ਫਿਰ ਪੈਰ ਉੱਤੇ ਕਰਨੇ ਆ। ਤੇ ਵੇਖੋ ਸਾਧ ਸੰਗਤ ਜੀ, ਜਿਹੜੇ ਪੁਰਾਣੇ ਬਜ਼ੁਰਗ ਕੋਈ ਮਹਾਂਪੁਰਖ ਜਿਹੜਾ ਮੰਜੇ ਦਾ ਇੰਨਾ ਸਤਿਕਾਰ ਕਰਦਾ, ਜਿਹੜਾ ਨਰਜਿੰਦਾ, ਤੇ ਦੂਜਿਆਂ ਦਾ ਕਿੰਨਾ ਕਰਦੇ ਹੋਣਗੇ। ਤੋ ਜਿਵੇਂ ਬਜ਼ੁਰਗ ਦੇ ਸਿਰਹਾਣੇ ਨਹੀਂ ਬਹਿਣਾ, ਤੋ ਜੇ ਕੋਈ ਆਪ ਤੋਂ ਜਿਵੇਂ ਬੜਾ ਕੁਝ ਹੈ ਪਤਾ ਨਹੀਂ ਸੀ ਹੁੰਦਾ, ਜਿਵੇਂ ਕੋਈ ਸਾਧ ਸੰਗਤ ਜੀ ਆਪ ਤੋਂ ਗੁਣ 'ਚ ਵੱਡਾ ਹੈ ਤੇ ਉਹਨੂੰ ਸਰੋਪਾਉ ਨਹੀਂ ਦਿੱਤਾ ਜਾਂਦਾ ਹੁੰਦਾ। ਕੀ ਅੱਜ ਕੱਲ੍ਹ ਹੈ ਵੀ ਜਿਹੜਾ ਆਉਂਦਾ ਉਹ ਕਿੱਡੇ ਗੁਣੀ ਗਿਆਨੀ ਹੁੰਦਾ, ਜਾਂ ਕੋਈ ਬੜੀ ਸੇਵਾ ਵਾਲਾ ਮਹਾਂਪੁਰਖ, ਤੇ ਜਿਹੜਾ ਵਿਚਾਰਾ ਆਮ ਸਧਾਰਨ ਹੈ, ਨਹੀਂ ਕੁਝ ਆਉਂਦਾ ਜਾਂਦਾ, ਜਾਂ ਕੋਈ ਹੈ ਨਹੀਂ ਉਹ ਨਹੀਂ ਕਰਨੀ ਧਰਨੀ ਵਾਲਾ, ਉਹਦੇ ਗਲ ਵਿੱਚ ਸਰੋਪਾ ਦੇਈ ਜਾਂਦਾ। ਫਰਲੇ ਵਾਲੇ ਦੇ ਗਲ ਵਿੱਚ ਸਾਧ ਸੰਗਤ ਜੀ ਸਰੋਪਾ ਨਹੀਂ ਪਾਇਆ ਜਾਂਦਾ। ਇਹਨਾਂ ਆਪ ਤੋਂ ਵੱਡੇ ਨੂੰ ਚੀਜ਼ ਭੇਟ ਕੀਤੀ ਜਾਂਦੀ ਹੁੰਦੀ ਹੈ, ਉਹਦੇ ਗਲ 'ਚ ਸਰੋਪਾ। ਹਾਂ, ਕੋਈ ਕਿਸੇ ਅਹੁਦੇ 'ਤੇ ਆਪਾਂ ਵੱਡੇ ਹਾਂ ਮਹਾਰਾਜ, ਜਿਵੇਂ ਕੋਈ ਗ੍ਰੰਥੀ ਸਿੰਘ ਹੈ ਜਾਂ ਕੋਈ ਹੋਰ ਸਿੰਘ ਵੱਡੇ ਅਹੁਦੇ 'ਤੇ, ਜਾਂ ਪੰਜ ਸਿੰਘ ਤਿਆਰ ਬਰ ਤਿਆਰ ਹੈ, ਤੇ ਜਾਂ ਕੋਈ ਇੱਕ ਪਾਸਾ ਦਾ ਵੱਡਾ ਹੋਵੇ, ਚਾਹੇ ਕੋਈ ਉਮਰ ਦਾ ਵੱਡਾ ਹੈ। ਜੇ ਕੋਈ ਉਮਰ ਦਾ ਵੱਡਾ ਉਹ ਵੀ ਸਰੋਪਾ ਉਹ ਪਾ ਸਕਦਾ, ਕਿਉਂਕਿ ਕਿਸੇ ਪਾਸਿਓਂ ਤਾਂ ਵੱਡਾ ਹੈ ਨਾ, ਉਹ ਇਹ ਨਹੀਂ ਹੈ। ਤੇ ਫਿਰ ਜਿਹੜਾ ਸਾਧ ਸੰਗਤ ਜੀ ਕੋਈ ਫਰਲੇ ਵਾਲਾ ਗੁਰਮੁਖ ਪਿਆਰਾ ਹੈ ਨਾ, ਕੋਈ ਮਹਾਂਪੁਰਖ, ਤਾਂ ਗਿਆਨੀ ਜੀ ਕਹਿੰਦੇ ਹੁੰਦੇ ਫਰਲੇ ਵਾਲੇ ਦਾ ਸਤਿਕਾਰ ਕੋਸ਼ਿਸ਼ ਕਰੋ ਫਰਲੇ ਵਾਲੇ ਤੋਂ ਹੀ ਕਰਵਾਓ, ਵੀ ਦੂਜੇ ਤਾਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ। ਕਿਉਂਕਿ ਕਲਯੁੱਗ ਦੇ ਵਿੱਚ ਜਿਹੜਾ ਫਰਲਾ ਸਾਂਭੀ ਬੈਠਾ ਗੁਰੂ ਕਲਗੀਧਰ ਪਾਤਸ਼ਾਹ ਦਾ ਕਿੱਡੀ ਅਵਸਥਾ ਹੋਏਗੀ।
ਤੋ ਇਸ ਤਰ੍ਹਾਂ ਰਹੋ ਵਿਚਾਰ। ਇਹ ਮਰਿਆਦਾ ਸੀਗੀ। ਤੇ ਬਾਬਾ ਦਾਤੂ ਜੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤੁਰਦਿਆਂ ਦੇ ਨਾਲ ਤੁਰੇ ਆਏ। ਤੇ ਇੱਕ ਕੋਹ ਤੇ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਪਿੰਡ ਤੋਂ ਬਾਹਰ ਗਏ, ਵੇਖਿਆ ਵੀ ਚਲੋ ਹੁਣ ਇੱਕ ਕੋਹ ਦੇ ਲਾਗੇ ਹੋ ਗਿਆ ਪੈਂਡਾ, ਤੇ ਸਤਿਗੁਰੂ ਉੱਥੇ ਰੁਕ ਗਏ। ਸੰਗਤਾਂ ਨੂੰ ਵੀ ਰੋਕ ਦਿੱਤਾ ਹੈ। ਦਾਤੂ ਸੰਗ ਤੇ ਭਾਖੀ ਬਾਬਾ ਦਾਤੂ ਜੀ ਦੇ ਤਾਈ ਮਹਾਰਾਜ ਨੇ ਇਸ ਤਰ੍ਹਾਂ ਆਖ ਦਿੱਤਾ, ਹਟਹਾ ਆਪ ਕਰ ਨਾ ਕਰਹਾ। ਆਖਿਆ ਹੈ ਮਹਾਰਾਜ ਬਾਬਾ ਦਾਤੂ ਜੀ ਬਜ਼ੁਰਗ, ਹੁਣ ਆਪ ਵਾਪਸ ਮੁੜ ਜਾਓ ਕਿਰਪਾ ਕਰਕੇ। ਪੂਰੀ ਅਭਿਲਾਖੀ ਤੁਹਾਡੀ ਇੱਛਾ ਹੁਣ ਪੂਰੀ ਹੋ ਗਈ। ਵੀ ਤੁਸੀਂ ਕਹਿੰਦੇ ਸੀ ਨਾ ਮਹਾਰਾਜ ਤੁਹਾਨੂੰ ਛੱਡਣ ਜਾਣਾ ਹੈ, ਮਹਾਰਾਜ ਹੁਣ ਤੁਹਾਡਾ ਇੱਕ ਕੋ ਹੋ ਗਿਆ ਹੈ, ਤੇ ਬੇਨਤੀ ਹੈ ਵੀ ਆਪ ਹੁਣ ਵਾਪਸ ਮੁੜ ਜਾਓ, ਅੱਗੇ ਅਸੀਂ ਚਲੇ ਜਾਵਾਂਗੇ। ਸਿਮਰਹ ਆਪਣੇ ਜਾਣ ਕੈ ਆਪਣੇ ਜਾਣ ਕੇ ਸਾਨੂੰ ਸਦਾ ਹੀ ਹੁਣ ਯਾਦ ਰੱਖਿਆ ਕਰਨਾ। ਹਮ ਦਾਸ ਤਿਹਾਰੇ ਅਸੀਂ ਤਾਂ ਤੁਹਾਡੇ ਦਾਸ ਹਾਂ, ਘਰ ਦੇ ਸੇਵਕ ਹਾਂ। ਕਰੀ ਪਰਸਪਰ ਬੰਦਨਾ। ਤੋ ਇਸ ਤਰ੍ਹਾਂ ਖਾਲਸਾ ਜੀ ਆਪਸ ਵਿੱਚ ਦੋ ਪਾਸਿਓਂ ਨਮਸਕਾਰਾਂ ਵੀ ਕੀਤੀਆਂ ਹਨ, ਔਰ ਪ੍ਰੇਮ ਉਦਾਰੇ ਤੇ ਬੜਾ ਪ੍ਰੇਮ ਵੀ ਕੀਤਾ, ਬੜਾ ਭਾਰੀ ਹੀ। ਸ਼੍ਰੀ ਦਾਤੂ ਘਰ ਕੋ ਹਟਿਓ ਤੇ ਧੰਨ ਧੰਨ ਬਾਬਾ ਦਾਤੂ ਜੀ ਉਥੋਂ ਘਰ ਨੂੰ ਪਿੱਛੇ ਮੁੜ ਆਏ ਹਨ। ਮਨ ਆਨੰਦ ਹੋਵਾ ਬੜਾ ਆਨੰਦ ਮਨ ਵਿੱਚ ਪੈਦਾ ਹੋ ਰਿਹਾ ਹੈ। ਚਤੁਰ ਗੁਰੂ ਕੋ ਰੂਪ ਅਬ ਜਾਣਿਆ ਵੀ ਚਾਰ ਪਾਤਸ਼ਾਹੀਆਂ ਦਾ ਜਿਹੜਾ ਹੁਣ ਸੁੰਦਰ ਰੂਪ ਹੈ। ਸ਼੍ਰੀ ਅਰਜਨ ਜੋਵਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੈ। ਇਹ ਚਾਰ ਪਾਤਸ਼ਾਹੀਆਂ ਦਾ ਸਰੂਪ ਹੈ ਜਿਨ੍ਹਾਂ ਦੇ ਅਸੀਂ ਦਰਸ਼ਨ ਕੀਤੇ ਹਨ। ਮਹਿਮਾ ਮਹਾ ਵਿਚਾਰ ਤੋ ਤੇ ਮਹਾਨ ਮਹਿਮਾ ਵਿਚਾਰਦੇ ਹੋਏ ਬਾਬਾ ਦਾਤੂ ਜੀ ਵੱਡ ਅਜਮਤ ਵਾਨਾ ਤੇ ਜਾਣਿਆ ਵੀ ਇਹ ਤਾਂ ਬੜੀ ਅਜਮਤ ਵਾਲੇ, ਸ਼ਕਤੀ ਵਾਲੇ ਵੀ ਹਨ। ਬਾਹਰ ਗਰੀਬੀ ਕੇ ਸਹਿਤ ਜਿੱਥੇ ਸ਼ਕਤੀ ਬਹੁਤ ਹੈ ਉੱਥੇ ਨਿਮਰਤਾ ਭਾਵ ਵੀ ਬੜਾ, ਇਹਨਾਂ ਦੇ ਵਿੱਚ ਬੜੀ ਨਿਮਰਤਾ, ਹਿਰਦੇ ਦੀ ਗਰੀਬੀ ਭਾਵ ਰੱਖਦੇ ਆ। ਨਿਤ ਕਿਰਪਾ ਨਿਧਾਨਾ ਤੇ ਸਦਾ ਕਿਰਪਾ ਕਰਨ ਵਾਲੇ, ਕਿਰਪਾ ਦੇ ਖਜ਼ਾਨੇ ਧੰਨ ਗੁਰੂ ਅਰਜਨ ਦੇਵ ਜੀ। ਸ਼੍ਰੀ ਸਤਿਗੁਰ ਭਗ ਨਗਨ ਤੇ ਇਧਰ ਸਾਧ ਸੰਗਤ ਜੀ ਬਾਬਾ ਦਾਤੂ ਜੀ ਘਰ ਮੁੜ ਆਏ। ਇੱਕ ਕੋਹ ਤੋਂ ਫਿਰ ਅੱਗੇ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੋਥੀਆਂ ਲੈ ਕੇ ਜਾ ਰਹੇ ਆ, ਪੈਰਾਂ ਤੋਂ ਨੰਗੇ ਹਨ। ਪਾਛੇ ਪ੍ਰਸਥਾਨੇ ਅੱਗੇ ਪੋਥੀਆਂ ਤੇ ਮਗਰ ਮਹਾਰਾਜ ਚੌਰ ਸਾਹਿਬ ਕਰਦੇ ਤੁਰੇ ਜਾ ਰਹੇ। ਚਰਨਾਂ ਤੋਂ ਨੰਗੇ ਮਹਾਰਾਜ ਨੇ ਚਰਨੀ ਜੋੜਾ ਨਹੀਂ ਪਾਇਆ। ਆਗੇ ਖਾਸਾ ਪੋਥੀਆਂ ਅੱਗੇ ਪੋਥੀਆਂ ਦਾ ਖਾਸਾ ਕਹੀਏ ਪਾਲਕੀ ਸਾਹਿਬ ਜਾ ਰਹੀ ਹੈ। ਸਿੱਖ ਕੰਧ ਪਿਆਨੇ ਚਾਰ ਸਿੱਖਾਂ ਨੇ ਮੋਢਿਆਂ ਤੇ ਸਤਿਕਾਰ ਨਾਲ ਚੁੱਕੀ ਹੈ। ਚਮਰ ਚਾਰ ਚਾਹ ਦਿਸ਼ ਟੁਰਤ ਚਾਰ ਚਫੇਰਿਓਂ ਚੌਰ ਸਾਹਿਬ ਪੋਥੀਆਂ ਨੂੰ ਹੋ ਰਿਹਾ ਹੈ। ਬਹੁ ਸ਼ੰਖ ਬਜਾਵੈ ਤੇ ਬੜੇ ਸ਼ੰਖ ਵੱਜਦੇ ਜਾ ਰਹੇ ਨੇ। ਇਮ ਮੰਗਲ ਕੋ ਕਰਤ ਹੀ ਸਿੱਖ ਖੁਸ਼ੀਆਂ ਕਰਦੇ ਹੋਏ ਜਾ ਰਹੇ ਅੰਮ੍ਰਿਤਸਰ ਸਾਹਿਬ ਨੂੰ। ਉੱਤਰ ਦਿਸ਼ ਜਾਵੈ ਉੱਤਰ ਵਾਲੇ ਪਾਸੇ ਨੂੰ ਜਿੱਧਰ ਅੰਮ੍ਰਿਤਸਰ ਸਾਹਿਬ ਹੈ ਖਡੂਰ ਸਾਹਿਬ ਤੋਂ। ਸਨੇ ਸਨੇ ਸਭ ਹੀ ਚਲਤ ਤੋ ਤੁਰਦੇ ਹੋਏ ਧੀਰੇ ਧੀਰੇ ਸੰਗਤਾਂ ਸਮੇਤ ਸਤਿਗੁਰੂ ਜੀ ਮਨ ਨਮਰ ਕਰਨ ਤੇ ਤੇ ਮਨ ਨੂੰ ਨੀਵਾਂ ਕਰਦੇ ਹੋਏ ਸ਼੍ਰੀ ਅਰਜਨ ਔਰ ਭਾਉ ਪੇਖ ਤੇ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਪੋਥੀਆਂ ਦੇ ਪਰਥਾਏ ਪ੍ਰੇਮ ਵੇਖ ਵੇਖ ਵੀ ਮਹਾਰਾਜ ਨੇ ਜੋੜਾ ਵੀ ਲਾਹ ਛੱਡਿਆ, ਚੌਰ ਸਾਹਿਬ ਕਰਦੇ ਆ ਰਹੇ, ਪਾਲਕੀ 'ਚ ਨਹੀਂ ਬੈਠੇ। ਇੰਨਾ ਸਤਿਕਾਰ ਪੋਥੀਆਂ ਦਾ ਸਿੱਖ ਵੇਖ ਵੇਖ ਕੇ ਬਲਿਹਾਰ ਹੋਵੰਤੇ ਸਦਕੇ ਜਾ ਰਹੇ ਸਤਿਗੁਰਾਂ ਤੋਂ, ਮਹਾਰਾਜ ਤੋਂ ਸੰਗਤਾਂ ਸਾਰੀਆਂ। ਸੁਧਾ ਸਰੋਵਰ ਕੋ ਸਦੋਏ ਤੇ ਜਦੋਂ ਅੰਮ੍ਰਿਤਸਰ ਸਾਹਿਬ ਇਹ ਨਗਰ ਦੋ ਕੋਹ ਰਹਿ ਗਿਆ ਨਾ ਪਿੱਛੇ ਆਉਣ ਦੇ ਵਿੱਚ, ਜਬ ਰਹਿਓ ਅਗਾਰੇ ਅੱਗੇ ਦੋ ਕੋ ਅੰਮ੍ਰਿਤਸਰ ਸ਼ਹਿਰ ਜਦੋਂ ਰਹਿ ਗਿਆ ਹੈ। ਸੌਚ ਕਰਨ ਹਿਤ ਸਭ ਤੇ ਟਿਕੇ ਮਹਾਰਾਜ ਇਸ਼ਨਾਨ ਪਾਣ ਕਰਨ ਵਾਸਤੇ ਸਭ ਸੰਗਤਾਂ ਸਮੇਤ ਦੋ ਕੋ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਟਿਕ ਗਏ ਹੈ, ਉਤਾਰਾ ਕਰ ਲਿਆ ਹੈ। ਖਾਸਾ ਸੋ ਤੇ ਉਤਾਰੇ ਪੋਥੀਆਂ ਸਾਹਿਬ ਦੀ ਪਾਲਕੀ ਸਾਹਿਬ ਵੀ ਉਤਾਰ ਦਿੱਤੀ ਹੇਠਾਂ ਚਾਦਰ ਵਿਛਾ ਕਰਕੇ। ਜਾਮ ਦਿਵਸ ਬਾਕੀ ਰਹਿਓ ਦੋ ਪਹਿਰ ਖਾਲਸਾ ਜੀ ਨਾ ਵਾਹਿਗੁਰੂ ਜਾਮ ਦਿਵਸ, ਇੱਕ ਪਹਿਰ ਦਿਨ ਰਹਿ ਗਿਆ ਸੀ ਜਦੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਦੋ ਕੋ ਪਹੁੰਚੇ।
ਇੱਕ ਪੈਰ ਭਾਵ ਆਹੀ ਵੇਲਾ ਜਿਹਾ ਹੋ ਚੁੱਕਾ ਹੈ। ਥਿਤ ਭੇ ਜਿਸ ਕਾਲਾ ਜਦੋਂ ਮਹਾਰਾਜ ਜੀ ਪਹੁੰਚੇ ਆ ਇੱਥੇ ਅੰਮ੍ਰਿਤਸਰ ਸਾਹਿਬ ਦੇ ਲਾਗੇ, ਕਰੀ ਸੋਚ ਸਭ ਹੂੰ ਤਹਾਂ ਉੱਥੇ ਸਾਰੀ ਸੰਗਤ ਨੇ ਇਸ਼ਨਾਨ ਪਾਣ ਕੀਤਾ ਹੈ ਔਰ ਹਰਖ ਵਿਸ਼ਾਲਾ ਤੇ ਬੜਾ ਖੁਸ਼ੀਆਂ ਸਭ ਦੇ ਅੰਦਰ ਆ ਰਹੀਆਂ, ਬੜੇ ਸਿੱਖ ਖੁਸ਼ ਹੋ ਰਹੇ ਆ ਪਰਵਿਸ਼ੇ ਚਾਹਤ ਨਿਜ ਪੁਰੀ ਤੇ ਸਭ ਸੰਗਤਾਂ ਹੁਣ ਚਾਹੁੰਦੀਆਂ ਵੀ ਛੇਤੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਈਏ। ਕਰ ਕਾਰਜ ਆਏ ਤੇ ਸਾਰੇ ਕਾਰਜ ਮਹਾਰਾਜ ਕਰ ਆਏ ਆ। ਪਿੱਛੇ ਜਿਹੜਾ ਭਾਵ ਪੋਥੀਆਂ ਲੈਣ ਗਏ ਸੀ ਉਹ ਲੈ ਆਏ ਆ ਮਹਾਰਾਜ, ਤੇ ਛੇਤੀ ਹੋਵੇ ਹੁਣ ਸੱਚੇ ਪਾਤਸ਼ਾਹ ਜੀ ਸਮੇਤ ਸੰਗਤਾਂ ਅੰਮ੍ਰਿਤਸਰ ਸਾਹਿਬ ਪਹੁੰਚ ਜਾਵਣ। ਸੰਖਨ ਬਾਦਿਤ ਸ਼ਬਦ ਕੋ ਤੇ ਫਿਰ ਇਸੇ ਤਰ੍ਹਾਂ ਸ਼ੰਖ ਵੱਜਦੇ ਆ, ਸ਼ਬਦ ਗਾਏ ਜਾ ਰਹੇ, ਕੀਰਤਨ ਆਦਿਕ ਤੁਨ ਊਚ ਉਠਾਏ ਤੇ ਬੜੀ ਧੁਨ ਉਠਾਈ ਜਾ ਰਹੀ ਹੈ। ਚਾਰ ਚਫੇਰੇ ਜੈ ਜੈਕਾਰ ਵਾਹਿਗੁਰੂ ਦੇ ਮੰਤਰ ਪੜ੍ਹੇ ਜਾ ਰਹੇ, ਕੀਰਤਨ ਕਰਨ ਵਾਲੇ ਰਾਗੀ ਸਿੱਖ ਉਹ ਕੀਰਤਨ ਗਾ ਰਹੇ ਆ। ਇਸ ਤਰ੍ਹਾਂ ਖਾਲਸਾ ਜੀ ਪੋਥੀਆਂ ਦਾ ਸਤਿਕਾਰ ਕਰਦੇ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੁਝ ਕੁ ਦਿਨਾਂ ਬਾਅਦ ਇੱਥੇ ਸਾਧ ਸੰਗਤ ਜੀ ਫਿਰ ਜਿਵੇਂ 3 ਦਿਨ ਉੱਥੇ ਲੱਗ ਗਏ। ਇੱਕ ਦਿਨ ਪਹਿਲਾਂ ਮਹਾਰਾਜ ਰਹੇ, 4 ਦਿਨ ਗੋਇੰਦਵਾਲ ਸਾਹਿਬ ਤੇ 1 ਦਿਨ ਖਡੂਰ ਸਾਹਿਬ। ਕੋ 5ਵੇਂ 6ਵੇਂ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਪਸ ਮੁੜ ਕੇ ਇੱਥੇ ਅੰਮ੍ਰਿਤਸਰ ਸਾਹਿਬ ਆਏ ਪੋਥੀਆਂ ਲੈ ਕਰਕੇ। ਫਿਰ ਇੱਧਰ ਅੰਮ੍ਰਿਤਸਰ ਸਾਹਿਬ ਖਬਰ ਹੋਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਮਾਤਾ ਗੰਗਾ ਜੀ ਨੂੰ, ਭਾਈ ਗੁਰਦਾਸ ਤੋਂ ਆਦਿਕ ਹੋਰ ਸਿੱਖਾਂ ਨੂੰ ਵੀ ਪੋਥੀਆਂ ਮਹਾਰਾਜ ਲੈ ਕੇ ਆ ਰਹੇ ਆ। ਇੱਧਰ ਸਿੱਖਾਂ ਨੇ ਵੀ ਸਵਾਗਤ ਵਾਸਤੇ, ਕਿਉਂਕਿ 5-6 ਦਿਨ ਮਹਾਰਾਜ ਦੇ ਦਰਸ਼ਨ ਜੂ ਨਾ ਹੋਏ, ਸੰਗਤਾਂ ਬਹੁਤ ਪ੍ਰੇਮ ਦੇ ਨਾਲ ਸਾਰਾ ਅੰਮ੍ਰਿਤਸਰ ਸਾਹਿਬ ਨੂੰ ਸਜਾਉਣਾ ਕੀਤਾ ਤੇ ਅੱਗੋਂ ਸੰਗਤਾਂ ਮਹਾਰਾਜ ਨੂੰ ਲੈਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਤਾਬਿਆ ਸਭ ਸੰਗਤਾਂ ਪਹੁੰਚੀਆਂ। ਉਹ ਪ੍ਰਸੰਗ ਖਾਲਸਾ ਜੀ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਆਉਂਦਾ। ਫਿਰ ਪੋਥੀਆਂ ਲਿਆ ਕਰਕੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦਾ ਫਿਰ ਸਾਰੀਆਂ ਪੋਥੀਆਂ ਗੁਰਬਾਣੀ ਦੀਆਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੁਰਬਾਣੀ ਲਿਖਣ ਦਾ ਕਾਰਜ ਆਰੰਭ ਹੋਇਆ। ਉਹ ਸਾਰਾ ਰਾਮਸਰ ਵਾਲੇ ਪਾਵਨ ਸਥਾਨ 'ਤੇ ਜਿਵੇਂ ਫਿਰ ਮਹਾਰਾਜ ਜੀ ਨਿਤਾ ਪ੍ਰਤੀਕਿਰਿਆ ਕਰਨ ਤੋਂ ਬਾਅਦ ਉਸ ਪਾਵਨ ਇਕਾਂਤ ਸਥਾਨ 'ਤੇ ਗੁਰਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਕਰਦੇ। ਜਿਵੇਂ ਜਿਵੇਂ ਪ੍ਰਸੰਗ ਆਉਂਦੇ ਹਾਜ਼ਰੀਆਂ ਭਰ ਕੇ ਸ਼ਰਵਣ ਕਰੋ ਜੀ। ਇੱਥੇ ਸਮਾਂ ਹੋਇਆ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਾਮ ਦਿਵਸ ਬਾਕੀ ਰਹਿਓ ਥਿਤ ਭੇ ਜਿਸ ਕਾਲਾ ਕਰੀ ਸੋਚ ਸਭ ਹੂੰ ਤਹਾਂ ਔਰ ਹਰਖ ਵਿਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।